ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਰਾਮ ਕਰੀ ਮਹੱਲਾ ਪੰਜਵਾ। ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੇ, ਮਹਾ ਵਿਕਾਰ ਤਨ ਤੇ ਸਭ ਨਸੇ। ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੇ, ਮਹਾ ਵਿਕਾਰ ਤਨ ਤੇ ਸਭ ਨਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਗਰੀਬ ਨਵਾਜ ਸਾਹਿਬ ਜੀ ਨੇ ਜਿੱਥੇ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਕੀਰਤਨ ਦੀ ਬਖਸ਼ਿਸ਼ ਕੀਤੀ ਹੈ, ਉਥੇ ਕਥਾ ਦੀ ਵੀ ਬਖਸ਼ਿਸ਼ ਮਹਾਰਾਜ ਸਾਹਿਬ ਜੀ ਨੇ ਆਪਣੀ ਸੰਗਤ ਉੱਤੇ ਕੀਤੀ ਹੈ। ਆਪਣੇ ਸਿੱਖਾਂ ਸੇਵਕਾਂ ਨੂੰ ਇਹ ਦਾਤ ਵੀ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਕਥਾ ਔਰ ਕੀਰਤਨ ਮਹਾਰਾਜ ਕਹਿਣ ਲੱਗੇ ਸੁਖਦਾਈ ਹਨ, ਸੁਖ ਦੇਣ ਵਾਲੀਆਂ ਇਹ ਗੁਰੂ ਸਾਹਿਬ ਜੀ ਦੀਆਂ ਬਖਸ਼ੀਆਂ ਹੋਈਆਂ ਬਖਸ਼ਿਸ਼ਾਂ ਹਨ। ਸੁਖ ਵੀ ਉਹ ਪ੍ਰਾਪਤ ਹੁੰਦਾ ਹੈ ਜਿਹੜਾ ਦੁਨੀਆ ਦੇ ਹੋਰ ਕਿਸੇ ਥਾਂ ਤੋਂ, ਹੋਰ ਕਿਸੇ ਪਦਾਰਥ ਵਿੱਚੋਂ ਨਹੀਂ ਮਿਲ ਸਕਦਾ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁਖ ਗੁਰੂ ਕੀ ਬਾਣੀ ਦੇ ਵਿੱਚੋਂ, ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ
ਸੰਸਾਰ ਦੇ ਜੀਵਨ ਨੂੰ ਪ੍ਰਾਪਤ ਹੁੰਦਾ ਹੈ। ਜੋ ਸੁੱਖ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੀ ਸੇਵਾ ਦੇ ਵਿੱਚੋਂ ਮਿਲਦਾ ਹੈ, ਸਿਮਰਨ ਦੇ ਵਿੱਚੋਂ ਮਿਲਦਾ ਹੈ, ਮਹਾਰਾਜ ਕਹਿੰਦੇ ਵੀ ਉਹ ਸੁੱਖ ਕਿਸੇ ਨੂੰ ਰਾਜ ਭੋਗਦਿਆਂ ਵੀ ਨਹੀਂ ਮਿਲ ਸਕਦਾ। ਜਿਹੜਾ ਸੁੱਖ ਪ੍ਰਭੂ ਗੋਬਿੰਦ ਦੀ ਸੇਵਾ ਵਿੱਚੋਂ, ਭਗਤੀ ਵਿੱਚੋਂ ਮਿਲਦਾ ਹੈ। ਤੋ ਸਤਿਗੁਰੂ ਜੀ ਨੇ ਇਹ ਆਤਮਿਕ ਸੁੱਖ ਦੇਣ ਵਾਲੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਲੜੀਵਾਰ ਰੂਪ ਵਿੱਚ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾਂ। ਰਾਮ ਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਨੂੰ ਬਚਪਨ ਦੇ ਵਿੱਚ ਹੀ ਬਾਣੀ ਕਾ ਬੋਹਿਥਾ ਦਾ ਵਰਦਾਨ ਪ੍ਰਾਪਤ ਹੋਇਆ ਹੈ। ਨਾਨਾ ਸਤਿਗੁਰੂ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਬਖਸ਼ਿਸ਼ ਕੀਤੀ, ਦੋਹਿਤਾ ਬਾਣੀ ਕਾ ਬੋਹਿਥਾ। ਸਾਡਾ ਦੋਹਿਤਾ ਬਾਣੀ ਦਾ ਜਹਾਜ਼ ਰਚੇਗਾ, ਬਾਣੀ ਦਾ ਜਹਾਜ਼ ਤਿਆਰ ਕਰੇਗਾ। ਤੋ ਐਸੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ। ਕੋਟ ਜਨਮ ਕੇ ਬਿਨਸੇ ਪਾਪ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਵੀ ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਪ੍ਰਭੂ ਦਾ ਜਸ ਗਾਇਆ ਹੈ, ਉਹਨਾਂ ਦੇ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਗਏ। ਕੋਟ ਜਨਮ ਕੇ, ਕੋਟ ਦਾ ਅਰਥ ਹੈ ਕਰੋੜਾਂ ਹੀ ਜਨਮਾਂ ਦੇ ਜਿਹੜੇ ਪਾਪ ਸੀ ਉਹ ਖਤਮ ਹੋ ਗਏ। ਪ੍ਰਭੂ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ, ਇੰਨੀ ਬਰਕਤ ਹੈ ਕਿ ਜਿਹੜਾ ਵੀ ਪ੍ਰਾਣੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਨਾਮ ਵਿੱਚ ਇੰਨੀ ਬਰਕਤ ਹੈ ਕਿ ਨਾਮ ਕਰੋੜਾਂ ਜਨਮਾਂ ਦੇ ਪਾਪ ਖਤਮ ਕਰ ਦਿੰਦਾ ਹੈ। ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਦੌੜ ਜਾਂਦਾ ਹੈ, ਹਨੇਰਾ ਖਤਮ ਹੋ ਜਾਂਦਾ ਹੈ। ਕਿੰਨਾ ਵੀ ਪੁਰਾਣਾ ਹਨੇਰਾ ਹੋਵੇ ਪਰ ਪ੍ਰਕਾਸ਼ ਦੇ ਸਾਹਮਣੇ ਨਹੀਂ ਠਹਿਰਦਾ। ਕਿੰਨੇ ਵੀ ਪਾਪ ਹਨ ਕਰੋੜਾਂ ਜਨਮਾਂ ਦੇ, ਪਰ ਜਿਸ ਵੇਲੇ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਜੀਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਤਾਂ ਉਸਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਵਿਨਸ ਜਾਂਦੇ ਆ, ਖਤਮ ਹੋ ਜਾਂਦੇ ਆ। ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਪਾਪਾਂ ਨੂੰ ਖਤਮ ਕਰ ਦਿੰਦਾ ਹੈ, ਸਾੜ ਦਿੰਦਾ ਹੈ। ਜਿਵੇਂ ਲੱਕੜਾਂ ਦਾ ਕਿੱਡਾ ਵੱਡਾ ਵੀ ਢੇਰ ਲੱਗਾ ਹੋਵੇ ਤੇ ਇੱਕ ਚੰਗਿਆੜੀ ਅੱਗ ਦੀ ਸਾਰੇ ਢੇਰ ਨੂੰ ਸਾੜ ਕੇ ਸੁਆਹ ਕਰਨ ਨੂੰ ਸਮਰੱਥਾ ਰੱਖਦੀ ਹੈ। ਈਧਣ ਕੀਤੋ ਮੂੰਹ ਘਾਣਾ, ਭੋਰੀ ਦਿੱਤੀ ਮੁਭਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਡੁਖੜੇ ਉਲਾਹੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜਨ ਵਾਸਤੇ ਸਮਰੱਥ ਹੈ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਵੀ ਆਪ ਜੀ ਨੇ ਫਰਮਾਇਆ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਪਾਵਕ ਅਗਨੀ ਕਾਸ਼ਟ ਲੱਕੜਾਂ ਦੇ ਢੇਰ ਨੂੰ ਭਸਮੰ ਕਰੋਤ ਭਸਮ ਕਰ ਦਿੰਦੀ ਹੈ, ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ
ਕਰੋੜਾਂ ਜਨਮਾਂ ਦੇ ਪਾਪਾਂ ਨੂੰ ਖਤਮ ਕਰ ਦਿੰਦਾ ਹੈ, ਸਾੜ ਦਿੰਦਾ ਹੈ। ਗਰੀਬ ਨਵਾਜ ਸਾਹਿਬ ਕਹਿੰਦੇ ਜਿਹੜਾ ਵੀ ਭਾਵਨਾ ਦੇ ਨਾਲ ਜਪਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪ ਵਿਣਸ ਜਾਂਦੇ ਹਨ। ਇੱਕ ਤਾਂ ਮਹਾਰਾਜ ਕਰੋੜਾਂ ਜਨਮਾਂ ਦਾ ਜ਼ਿਕਰ ਕਰ ਰਹੇ ਹਨ ਵੀ ਜਨਮ ਇੱਕ ਹੀ ਨਹੀਂ ਹੈ ਭਾਈ, ਕਈ ਜਨਮ ਪਿੱਛੇ ਗੁਜ਼ਰੇ ਹਨ। ਜਿਵੇਂ ਮਹਾਰਾਜ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਵੀ ਚਿਰ ਕਾਲ ਪਿੱਛੋਂ ਇਹ ਦੇਹ ਜਿਹੜੀ ਪ੍ਰਾਪਤ ਹੋਈ ਆ, ਤੇ ਕਰੋੜਾਂ ਜਨਮ ਇਸ ਜੀਵ ਨੇ ਪ੍ਰਾਪਤ ਕੀਤੇ, ਉਹਨਾਂ ਵਿੱਚ ਕਰਮ ਕੀਤੇ, ਪਾਪ ਕੀਤੇ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਨਾਮ ਜਿਨ੍ਹਾਂ ਨੇ ਫਿਰ ਜਪਿਆ ਨਾ, ਉਹਨਾਂ ਦੇ ਇਸ ਜਨਮ ਦੇ ਹੀ ਪਾਪ ਨਹੀਂ ਬਿਨਸੇ, ਕਰੋੜਾਂ ਜਨਮਾਂ ਦੇ ਪਾਪ ਬਿਨਸ ਗਏ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ ਹੈ। ਹਰ ਹਰ ਜਪਤ ਨਾਹੀ ਸੰਤਾਪ, ਜਿਨ੍ਹਾਂ ਜੀਵਾਂ ਨੇ ਹਰ ਹਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ। ਹਰ ਜੋ ਹਰ ਥਾਂ ਤੇ ਵਸਣ ਵਾਲਾ ਹੈ, ਹਰ ਜੋ ਹਰੇਕ ਜੀਵ ਜੰਤੂ ਦੇ ਤਾਈਂ ਹਰਿਆ ਭਰਿਆ ਕਰਨ ਵਾਲਾ ਹੈ, ਉਸ ਦੇ ਨਾਮ ਨੂੰ ਜਦੋਂ ਜਪਿਆ ਨਾਹੀ ਸੰਤਾਪ, ਫਿਰ ਹਿਰਦਾ ਸੰਤਾਪ ਨਹੀਂ ਭੋਗਦਾ ਹੈ, ਤਪਦਾ ਨਹੀਂ ਹੈ, ਅੰਦਰ ਸ਼ਾਂਤੀ ਵਰਤਦੀ ਹੈ, ਅੰਦਰੋਂ ਤਪਸ਼ ਮਿਟਦੀ ਹੈ। ਸੰਗ ਭਲੀ ਪ੍ਰਕਾਰ ਸਾਰੇ ਤਾਪਾਂ ਨੂੰ ਖਤਮ ਕਰਨ ਵਾਲਾ ਹੈ ਵਾਹਿਗੁਰੂ ਜੀ ਦਾ ਨਾਮ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਐਸਾ ਉਹ ਪਰਮੇਸ਼ਰ ਹੈ, ਐਸਾ ਉਸ ਦਾ ਨਾਮ ਹੈ। ਨਾਮ ਦੀ ਮਹਿਮਾ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ। ਉਸ ਹਰ ਹਰ ਪ੍ਰਭੂ ਦੇ ਨਾਮ ਨੂੰ ਜਪੀਏ ਤਾਂ ਫਿਰ ਸੰਤਾਪ ਨਹੀਂ ਸਤਾਉਂਦਾ ਹੈ, ਫਿਰ ਅੰਦਰ ਤਪਦਾ ਨਹੀਂ ਹੈ, ਸੜਦਾ ਭੁਜਦਾ ਨਹੀਂ ਹੈ, ਅੰਦਰ ਸ਼ਾਂਤੀ ਵਰਤਦੀ ਹੈ। ਗੁਰ ਕੇ ਚਰਨ ਕਮਲ ਮਨ ਵਸੇ, ਗੁਰੂ ਸਾਹਿਬ ਜੀ ਦੇ ਚਰਨ ਕਮਲ ਜਿਨ੍ਹਾਂ ਦੇ ਮਨ ਵਿੱਚ ਵਸੇ ਹਨ, ਸਰਗੁਣ ਸਰੂਪ ਦੇ ਪ੍ਰਤੱਖ ਮਹਾਰਾਜ ਸਾਹਿਬ ਜੀ ਦੇ ਚਰਨ ਹਨ। ਉਹ ਚਰਨ ਵੀ ਜਿੱਥੇ ਜਿੱਥੇ ਮਹਾਰਾਜ ਦੇ ਟਿਕੇ ਉਹ ਜਗ੍ਹਾ ਪੂਜਣ ਵਾਲੀ ਬਣ ਗਈ। ਜਿਵੇਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ ਹੈ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿਸ ਥਾਂ ਦੇ ਉੱਤੇ ਬਾਬਾ ਜੀ ਨੇ ਚਰਨ ਟਿਕਾਏ, ਜਿਵੇਂ ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੌਂਕੜਾ ਲਾਇਆ ਕਰਦੇ। ਇਹ ਜਗ੍ਹਾ ਪੂਜਾ ਦਾ ਅਸਥਾਨ ਬਣ ਗਈ। ਪੂਜਾ ਆਸਣ ਥਾਪਣ ਸੋਆ, ਕਿਉਂਕਿ ਬਾਬਾ ਜੀ ਨੇ ਇੱਥੇ ਚੌਂਕੜਾ ਲਾਇਆ, ਇੱਥੇ ਆਪਣੇ ਧਿਆਨ ਵਿੱਚ ਲੀਨ ਹੋਏ। ਜਿੱਥੇ ਮਹਾਰਾਜ ਦੇ ਚਰਨ ਟਿਕੇ ਉਹ ਜਗ੍ਹਾ ਇਤਿਹਾਸਕ ਬਣ ਗਈਆਂ। ਉੱਥੇ ਨਾਮ ਬਾਣੀ ਦਾ ਪ੍ਰਵਾਹ ਸਦਾ ਵਾਸਤੇ ਚੱਲਿਆ। ਜੀਵਾਂ ਦਾ ਕਲਿਆਣ ਕਰਨ ਨੂੰ ਸਮਰੱਥ ਉਹ ਥਾਂ ਹੋ ਗਈ। ਉਸ ਧਰਤੀ ਨੂੰ ਧੰਨ ਧੰਨ ਕਿਹਾ ਗਿਆ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਸੇ ਤਰ੍ਹਾਂ ਸਾਧ ਸੰਗਤ ਜੀ, ਸ਼ਬਦ ਸਰੂਪ ਸਤਿਗੁਰੂ ਜੀ ਦੇ ਚਰਨ ਵੀ ਸ਼ਬਦ ਸਰੂਪ ਹੀ ਹਨ। ਜਦੋਂ ਮਹਾਰਾਜ ਸਾਹਿਬ ਜੀ ਨੇ ਹੁਣ ਆਪਣਾ ਸਰੂਪ ਗਰੀਬ ਨਵਾਜ ਨੇ ਸ਼ਬਦ ਸਰੂਪ ਧਾਰਨ ਕੀਤਾ ਹੈ, ਤੇ ਫਿਰ ਸ਼ਬਦ ਸਰੂਪ ਮਹਾਰਾਜ ਸਾਹਿਬ ਜੀ ਦੇ ਚਰਨ ਕਮਲ ਵੀ ਸ਼ਬਦ ਸਰੂਪ ਹੀ ਹਨ। ਤੇ ਸ਼ਬਦ ਦਾ ਮਨ ਵਿੱਚ ਵਸਣਾ ਗੁਰੂ ਕੇ ਚਰਨਾਂ ਦਾ ਮਨ ਵਿੱਚ ਵਸਣਾ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ।
ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਭਾਈ ਜਿਹੜੇ ਗੁਰੂ ਕੇ ਸ਼ਬਦ ਦੀ ਆਰਾਧਨਾ ਕਰਦੇ ਹਨ, ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਸਾਉਂਦੇ ਹਨ, ਗੁਰੂ ਕਾ ਬਚਨ ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ, ਜਾਣੋ ਗੁਰੂ ਕੇ ਚਰਨ ਕਮਲ ਮਨ ਵਿੱਚ ਵਸ ਗਏ। ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਕਮਲ ਵਸ ਜਾਂਦੇ ਹਨ, ਮਹਾਂਪਕਾਰ ਤਨ ਤੇ ਸਭ ਨਸੇ। ਉਹਨਾਂ ਦੇ ਫਿਰ ਤਨ ਤੋਂ ਮਹਾਂ ਵਿਕਾਰ ਨਸ ਜਾਂਦੇ ਹਨ, ਦੂਰ ਨਸੇ ਨਾਸ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਕਮਲ ਵਸਦੇ ਹਨ, ਤੇ ਵੱਡੇ ਵੱਡੇ ਵਿਕਾਰ ਜਿਹੜੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਈਰਖਾ, ਗਰੀਬ ਨਵਾਜ ਕਹਿੰਦੇ ਮਹਾ ਵਿਕਾਰ, ਇਹ ਵੱਡੇ ਵਿਕਾਰ ਤਨ ਤੇ ਸਭ ਨਸੇ, ਤਨ ਦੇ ਵਿੱਚੋਂ ਸਾਰੇ ਨਾਸ ਹੋ ਜਾਂਦੇ ਹਨ, ਨਿਵਰਤ ਹੋ ਜਾਂਦੇ ਹਨ। ਗੋਪਾਲ ਕੋ ਜਸ ਗਾਓ ਪ੍ਰਾਣੀ। ਹੁਣ ਰਹਾਉ ਦੀਆਂ ਤੁਕਾਂ ਆਰੰਭ ਹੋਈਆਂ ਹਨ, ਜਿਸ ਵਿੱਚ ਸਾਰੇ ਸ਼ਬਦ ਦਾ ਸਿਧਾਂਤ ਹੁੰਦਾ ਹੈ। ਇਹਨਾਂ ਪੰਕਤੀਆਂ 'ਚ ਮਹਾਰਾਜ ਪੰਚਮ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਪ੍ਰਾਣਾ ਧਾਰੀ ਜੀਵ, ਗੋਪਾਲ ਦੇ ਜਸ ਨੂੰ ਗਾਉਣਾ ਕਰੋ। ਗੋਪਾਲ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ। ਗੋ ਨਾਮ ਪ੍ਰਿਥਵੀ ਦਾ ਹੈ, ਪਾਲ ਨਾਮ ਪਾਲਣਾ ਕਰਨ ਵਾਲੇ ਦਾ ਹੈ, ਜੋ ਸਾਰੀ ਪ੍ਰਿਥਵੀ ਦੀ ਪਾਲਣਾ ਕਰਦਾ ਹੈ। ਇਕੱਲੇ ਮਨੁੱਖਾਂ ਦੀ ਹੀ ਨਹੀਂ ਪਾਲਣਾ ਕਰਦਾ, ਜਿੰਨੇ ਜੀਵ ਜੰਤੂ ਉਹਨੇ ਪੈਦਾ ਕੀਤੇ ਹਨ, ਸਾਰਿਆਂ ਦੀ ਪਾਲਣਾ ਕਰਦਾ ਹੈ। ਸਾਰੀ ਆਪਣੀ ਕਿਰਤ ਦੀ, ਆਪਣੀ ਰਚਨਾ ਦੀ ਉਹ ਸਾਂਭ ਸੰਭਾਲ ਕਰਦਾ ਹੈ, ਪਾਲਣਾ ਕਰਦਾ ਹੈ। ਜਿਹੜਾ ਇਹ ਬਚਨ ਆਪਾਂ ਪੜ੍ਹਦੇ ਹਨ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵੀ ਸਾਰਿਆਂ ਜੀਆਂ ਦਾ ਇੱਕ ਦਾਤਾ ਹੈ। ਇਹ ਇਕੱਲੇ ਸਾਰੇ ਜੀਆਂ ਮਨੁੱਖਾਂ ਨੂੰ ਹੀ ਨਹੀਂ ਆਖਿਆ ਵੀ ਸਾਰੇ ਮਨੁੱਖਾਂ ਜੀਵਾਂ ਦਾ ਦਾਤਾ ਹੈ। 84 ਲੱਖ ਜੂਨਾਂ ਨੂੰ ਆਖਿਆ ਹੈ ਸਭਨਾ ਜੀਆਂ ਕਾ, ਸਾਰਿਆਂ ਜੀਆਂ ਦਾ ਉਹ ਇੱਕ ਦਾਤਾ ਹੈ, ਜਿਸ ਨੂੰ ਸਾਰੀ ਰਚਨਾ ਦਾ ਫਿਕਰ ਹੈ, ਸਭ ਦੀ ਚਿੰਤਾ ਹੈ। ਮਹਾਰਾਜ ਨੇ ਗੁਰਬਾਣੀ 'ਚ ਆਖਿਆ, ਆਸਾ ਕੀ ਵਾਰ ਵਿੱਚ ਵੀ ਫਰਮਾਇਆ, ਨਾਨਕ ਚਿੰਤਾ ਸੋ ਕਰੇ ਜਿਨ ਉਪਾਇਆ ਜਗ। ਜਿਸ ਨੇ ਸਾਰਾ ਜਗ ਪੈਦਾ ਕੀਤਾ ਹੈ, ਉਹ ਸਾਰੇ ਜਗ ਦੀ ਚਿੰਤਾ ਕਰ ਰਿਹਾ ਹੈ। ਸਾਨੂੰ ਆਪਣੀ ਚਿੰਤਾ ਹੈ, ਜਾਂ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਹੈ, ਜਾਂ ਆਪਣੇ ਪਰਿਵਾਰ ਦੀ ਚਿੰਤਾ ਹੈ, ਪਰ ਜਿਸ ਵਾਹਿਗੁਰੂ ਜੀ ਨੇ ਸਾਰੇ ਜਗ ਨੂੰ ਪੈਦਾ ਕੀਤਾ, ਉਹਨੂੰ ਸਾਰੇ ਜਗ ਦੀ ਚਿੰਤਾ ਹੈ। ਸਾਰੇ ਜੀਵਾਂ ਜੰਤੂਆਂ ਦਾ ਉਹ ਦਾਤਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਇਸ ਕਰਕੇ ਉਸ ਨੂੰ ਗੋਪਾਲ ਆਖਿਆ ਹੈ। ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰੀ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਉਹ 84 ਲੱਖ ਜੂਨਾਂ ਦੀ ਪਾਲਣਾ ਕਰ ਰਿਹਾ ਹੈ। 84 ਲੱਖ ਜੂਨ ਉਪਾਈ, ਰਿਜਕ ਦੀਆ ਸਭ ਹੂ ਕੋ ਤਦ ਕਾ। ਉਦੋਂ ਦਾ ਹੀ ਉਹ ਸਾਰਿਆਂ ਨੂੰ ਰਿਜਕ ਦੇ ਰਿਹਾ, ਜਦੋਂ ਤੋਂ 84 ਲੱਖ ਜੂਨਾਂ ਪੈਦਾ ਕੀਤੀਆਂ। ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕੀਤੇ, ਉਹਨਾਂ ਦੀ ਵੀ ਪਾਲਣਾ ਕਰ ਰਿਹਾ। ਖੁਸ਼ਕ ਸੈਲ ਪੱਥਰਾਂ ਦੇ ਵਿੱਚ, ਸੈਲ ਪੱਥਰ ਮਹਿ ਜੰਤਿ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਉਹਨਾਂ ਦਾ ਰਿਜਕ ਵੀ ਉੱਥੇ ਪਹਿਲਾਂ ਹੀ ਉਸਨੇ ਪੈਦਾ ਕਰਕੇ ਰੱਖਿਆ ਹੋਇਆ ਹੈ। ਐਸਾ ਉਹ ਵਾਹਿਗੁਰੂ ਗੋਪਾਲ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਉਹ ਪਰਮੇਸ਼ਰ ਪਾਣੀ ਦੇ ਵਿੱਚ ਜੀਵਾਂ ਦੀ ਪਾਲਣਾ ਕਰ ਰਿਹਾ ਹੈ, ਪਸ਼ੂਆਂ ਪੰਛੀਆਂ ਦੀ ਪਾਲਣਾ ਕਰ ਰਿਹਾ ਹੈ। ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਸਾਰਿਆਂ ਸਮਿਆਂ ਦੇ ਵਿੱਚ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ।
ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ। ਜਲ ਵਿੱਚ ਵੀ ਥਲ ਵਿੱਚ ਵੀ ਪਲ ਪਲ ਦੇ ਵਿੱਚ ਪਾਲਣਾ ਕਰ ਰਿਹਾ, ਛਿਣ ਛਿਣ ਸਮੇਂ ਵਿੱਚ ਉਹ ਸਾਰਿਆਂ ਦੀ ਦੇਖਭਾਲ ਕਰ ਰਿਹਾ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਉਹ ਦੀਨਾਂ ਦੇ ਉੱਤੇ, ਦੁਖੀਆਂ ਦੇ ਉੱਤੇ, ਗਰੀਬਾਂ ਦੇ ਉੱਤੇ ਦਇਆਲਤਾ ਕਰਨ ਵਾਲਾ ਹੈ ਤੇ ਦਇਆ ਦਾ ਖਜ਼ਾਨਾ ਹੈ, ਦਇਆ ਦਾ ਸਾਗਰ ਹੈ। ਬਹੁਤਾ ਹਿਰਦਾ ਦਇਆ ਨਾਲ ਉਸ ਦਾ ਭਰਿਆ ਹੋਇਆ, ਦਿਆਲੂ ਹੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੋਸ਼ਾਂ ਨੂੰ ਵੀ ਵੇਖਦਾ ਹੈ ਪਰ ਰੋਜੀ ਰੋਟੀ ਦੇਣ ਤੋਂ ਨਹੀਂ ਹਾਰਦਾ। ਮਨੁੱਖ ਕਿਸੇ ਦਾ ਦੋਸ਼ ਵੇਖ ਲਵੇ ਉਹਦੇ ਨਾਲ ਘਿਰਣਾ ਕਰਦਾ ਹੈ, ਨਫ਼ਰਤ ਕਰਦਾ ਹੈ, ਜਿੱਥੋਂ ਤੀਕ ਵਾਹ ਚੱਲੇ ਰੋਟੀ ਵੀ ਬੰਦ ਕਰਨ ਨੂੰ ਯਤਨ ਕਰਦਾ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਪਰਮੇਸ਼ਰ ਦੋਸ਼ਾਂ ਨੂੰ ਵੇਖਦਾ ਹੋਇਆ ਵੀ ਦੇਤ ਨਾ ਹਾਰੈ, ਦਿੰਦਾ ਹੋਇਆ ਹਾਰਦਾ ਨਹੀਂ ਹੈ। ਵੀ ਗਲਤੀਆਂ ਦਾ ਫਲ ਵੀ ਤੈਨੂੰ ਭੁਗਤਣਾ ਪਵੇਗਾ, ਐਬਾਂ ਦਾ ਫਲ ਵੀ ਭੁਗਤਣਾ ਪਵੇਗਾ, ਕੀਤੇ ਕਰਮਾਂ ਦਾ ਫਲ ਵੀ ਤੂੰ ਭੁਗਤੇਗਾ, ਪਰ ਤੈਨੂੰ ਰੋਜੀ ਰੋਟੀ ਨਹੀਂ ਤੇਰੀ ਬੰਦ ਕਰਨੀ, ਉਹ ਤੈਨੂੰ ਦੇਈ ਜਾਣੀ ਹੈ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਦਾਹਤ ਹੈ ਦੁੱਖ ਦੋਖਣ ਕਉ ਦਲ ਦੁਜਨ ਕੇ, ਪਲ ਮੈਂ ਦਲ ਡਾਰੈ। ਖੰਡ ਅਖੰਡ ਪ੍ਰਚੰਡ ਪ੍ਰਹਾਰਨ, ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰ ਨ ਪਾਏ ਸਕੈ ਪਦਮਾ ਪਤ, ਵੇਦ ਕਤੇਬ ਅਭੇਦ ਉਚਾਰੈ। ਰੋਜੀ ਹੀ ਰਾਜ ਬਿਲੋਕਤ ਰਾਜਕ, ਉਹ ਰਾਜਕ ਹੈ ਰਿਜ਼ਕ ਦਾਤਾ ਤੇ ਰੋਜ਼ ਦੇ ਰਾਜ ਨੂੰ ਵੇਖਣ ਵਾਲਾ ਹੈ, ਕਿਉਂਕਿ ਉਹਦੇ ਤੋਂ ਕਿਸੇ ਦਾ ਵੀ ਗੁੱਝਾ ਰਾਜ ਲੁਕਿਆ ਹੋਇਆ ਨਹੀਂ ਹੈ, ਛੁਪਿਆ ਹੋਇਆ ਨਹੀਂ ਹੈ। ਉਹ ਸਾਰੇ ਭੇਦਾਂ ਨੂੰ ਜਾਣਨ ਵਾਲਾ ਹੈ, ਅੰਦਰ ਦੇ ਫੁਰਨਿਆਂ ਨੂੰ ਵੀ ਜਾਣਨ ਵਾਲਾ ਹੈ। ਰੋਜੀ ਹੀ ਰਾਜ ਬਿਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਪਰ ਰੋਹ ਵਿੱਚ ਆ ਕਰਕੇ ਰੂਹਾਂ ਦੀ ਰੋਜੀ ਨਹੀਂ ਟਾਲਦਾ ਹੈ, ਨਹੀਂ ਬੰਦ ਕਰਦਾ ਹੈ। ਇਸ ਕਰਕੇ ਉਸ ਨੂੰ ਗੋਪਾਲ ਆਖਿਆ ਹੈ, ਜੋ ਸਾਰੀ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ। ਤੇ ਮਹਾਰਾਜ ਕਹਿੰਦੇ ਉਸ ਗੋਪਾਲ ਦੇ ਜਸ ਨੂੰ ਹੇ ਪ੍ਰਾਣਾ ਧਾਰੀ ਜੀਵ ਤੂੰ ਗਾਉਣਾ ਕਰ। ਤੇ ਮਨੁੱਖ ਨੂੰ ਪ੍ਰਾਣੀ ਆਖਿਆ, ਤੇ ਪ੍ਰਾਣੀ ਤਾਂ ਆਖਿਆ ਹੈ ਕਿਉਂਕਿ ਪ੍ਰਾਣਾਂ ਦੇ ਨਾਲ ਚੱਲਣ ਵਾਲਾ ਹੈ। ਜਿਹੜੀ ਭੁੱਖ ਪਿਆਸ ਹੈ ਇਹ ਪ੍ਰਾਣਾਂ ਦਾ ਵਿਸ਼ਾ ਹੈ। ਜਿਸ ਵੇਲੇ ਮਨੁੱਖ ਨੂੰ ਜ਼ਿਆਦੀ ਭੁੱਖ ਲੱਗੀ ਹੋਵੇ ਜਾਂ ਜ਼ਿਆਦੀ ਪਿਆਸ ਲੱਗੀ ਹੋਵੇ ਤਾਂ ਉਸ ਵੇਲੇ ਕਹਿੰਦਾ ਹੈ ਕਿ ਮੇਰੇ ਪ੍ਰਾਣ ਨਿਕਲਦੇ ਜਾਂਦੇ ਹਨ, ਪ੍ਰਾਣ ਨਿਕਲਦੇ ਜਾਂਦੇ ਹਨ। ਪ੍ਰਾਣ 5 ਪ੍ਰਕਾਰ ਦੇ ਹਨ ਔਰ 5 ਪ੍ਰਕਾਰ ਦੇ ਉਪ ਪ੍ਰਾਣ ਹਨ। ਪ੍ਰਾਣ ਵੀ 10 ਪ੍ਰਕਾਰ ਦੇ ਹਨ। ਜੋ ਇਹ 10 ਪ੍ਰਕਾਰ ਦੇ ਪ੍ਰਾਣਾਂ ਦੇ ਆਸਰੇ ਚੱਲਣ ਵਾਲਾ ਜੀਵ ਹੈ, ਇਸ ਨੂੰ ਪ੍ਰਾਣੀ ਆਖਿਆ। ਹਵਾਈ ਹੈ, ਪ੍ਰਾਣ ਕੀ ਹਵਾਈ ਹੈ, ਸਵਾਸ ਕਹਿ ਲਈਏ ਤੇ ਸਾਹ ਚੱਲਦੇ ਆ ਤੇ ਮਨੁੱਖ ਚੱਲਦਾ ਹੈ। ਹੁਣ ਬੰਦੇ ਦੇ ਵਿੱਚ ਵੀ ਹਵਾਈ ਭਰੀ ਹੋਈ ਹੈ ਕਰਤਾ ਪੁਰਖ ਨੇ। ਇਹ ਸਵਾਸ ਜਿਹੜੀ ਇਹ ਹਵਾ ਹੀ ਹੈ, ਵੇਖੋ ਕੈਸੀ ਕਿਰਿਆ ਹੈ। ਸਵਾਸ ਬਾਹਰ ਆਉਂਦਾ ਹੈ, ਅੰਦਰ ਨੂੰ ਜਾਂਦਾ, ਇਹਨੂੰ ਹੀ ਗੁਰਬਾਣੀ 'ਚ ਸਾਸ ਗਿਰਾਸ ਆਖਿਆ ਹੈ। ਸਾਸ ਤੇ ਗਿਰਾਸ ਅੰਦਰੋਂ ਬਾਹਰ ਨੂੰ ਆਉਂਦਾ ਹੈ, ਬਾਹਰੋਂ ਅੰਦਰ ਨੂੰ ਜਾਂਦਾ ਹੈ। ਤੇ ਇਹ ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਜੋ ਸਰੀਰ ਦੀ ਕਿਰਿਆ ਹੈ ਇਹ ਪ੍ਰਾਣਾਂ ਦੇ ਨਾਲ ਹੀ ਹੁੰਦੀ ਹੈ। ਜਿਵੇਂ ਸਾਧ ਸੰਗਤ ਜੀ, ਸੋ ਇਹ ਵੱਖ-ਵੱਖ ਜਿਹੜੇ ਪ੍ਰਾਣ ਹਨ ਤੇ ਸਰੀਰ ਦੀ ਵੱਖ-ਵੱਖ ਕਿਰਿਆ ਹੈ, ਉਹ ਵਾਸੀ ਲੈਣੀ, ਇਸੇ ਤਰ੍ਹਾਂ ਛਿੱਕ ਆਉਣੀ, ਇਸੇ ਤਰ੍ਹਾਂ ਇਹ ਜੋ ਹਿਡਕੀ ਹੈ ਆਦਿਕ ਜਿਹੜੀ ਇਹ ਕਿਰਿਆ ਸਰੀਰ ਦੀ ਹੈ ਇਹ ਪ੍ਰਾਣਾਂ ਕਰਕੇ ਹੀ ਹੁੰਦੀ ਹੈ। ਤਾਂ ਇਹ ਪ੍ਰਾਣਾਂ ਕਰਕੇ ਹੈ ਸਰੀਰ ਚੱਲਦਾ ਹੈ, ਸਵਾਸਾਂ ਕਰਕੇ ਚੱਲਦਾ, ਇਸ ਕਰਕੇ ਬੰਦੇ ਨੂੰ ਪ੍ਰਾਣੀ ਆਖਿਆ ਹੈ। ਕਿਉਂਕਿ ਉਪਦੇਸ਼ ਤਾਂ ਮਨੁੱਖ ਨੂੰ ਹੀ ਦਿੱਤਾ ਹੈ। ਉਂਝ ਤਾਂ ਪ੍ਰਾਣਾਂ ਕਰਕੇ, ਪਸ਼ੂ ਵੀ ਪ੍ਰਾਣਾਂ ਕਰਕੇ ਹੀ ਹੈ ਚੱਲਦੇ।
ਉਹਨਾਂ ਦੇ ਅੰਦਰ ਵੀ ਸਵਾਸ ਚੱਲਦੇ ਆ, ਪੰਛੀਆਂ ਦੇ ਵਿੱਚ ਵੀ ਸਾਹ ਚੱਲਦੀ ਆ। ਪਰ ਇੱਥੇ ਸੰਬੋਧਨ ਕਿਸੇ ਪਸ਼ੂ ਜਾਂ ਪੰਛੀ ਨੂੰ ਨਹੀਂ ਕੀਤਾ ਹੈ, ਸੰਬੋਧਨ ਤਾਂ ਮਨੁੱਖ ਨੂੰ ਹੀ ਕੀਤਾ ਹੈ। ਉਂਝ ਪ੍ਰਾਣੀ ਤਾਂ ਪਸ਼ੂ ਵੀ ਆ ਤੇ ਪੰਛੀ ਵੀ ਆ, ਪਰ ਉਹਨਾਂ ਨੂੰ ਕਰਤਾ ਪੁਰਖ ਨੇ ਅੱਖਰਾਂ ਨੂੰ ਸਮਝਣ ਦੀ ਸੋਝੀ ਨਹੀਂ ਦਿੱਤੀ। ਅੱਖਰਾਂ ਨੂੰ ਸਮਝਣ ਦੀ ਸੋਝੀ ਜਿਹੜੀ ਹੈ ਇਹ ਇਨਸਾਨ ਨੂੰ ਹੀ ਦਿੱਤੀ ਹੈ ਭਗਵਾਨ ਨੇ। ਬੰਦਾ ਹੀ ਸਮਝ ਸਕਦਾ ਹੈ। ਤਾਂ ਮਹਾਰਾਜ ਸਾਹਿਬ ਜੀ ਇਸ ਨੂੰ ਪ੍ਰਾਣੀ ਕਹਿੰਦੇ ਹਨ। ਮਹਾਂਪੁਰਖਾਂ ਨੇ ਇੱਕ ਦ੍ਰਿਸ਼ਟਾਂਤ ਘਟਿਆ ਹੈ ਪ੍ਰਾਣੀ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਝਗੜਾ ਹੋ ਗਿਆ, ਜਿਵੇਂ ਬਾਹਰਲੇ ਝਗੜੇ ਹੁੰਦੇ ਇਸ ਤਰ੍ਹਾਂ ਕਹਿੰਦੇ ਝਗੜਾ ਹੋ ਗਿਆ ਸਰੀਰ ਦੇ ਵਿੱਚ। ਪ੍ਰਾਣਾਂ ਦਾ ਤੇ ਇੰਦਰੀਆਂ ਦਾ ਝਗੜਾ ਹੋ ਗਿਆ ਵੀ ਗਿਆਨ ਇੰਦਰੀਏ ਤੇ ਕਰਮ ਇੰਦਰੀਏ ਤੇ ਪ੍ਰਾਣ ਆਪਸ ਵਿੱਚ ਝਗੜ ਪਏ। ਉਂਝ ਝਗੜਾ ਹੋਇਆ ਨਹੀਂ, ਪਰ ਇਹ ਦ੍ਰਿਸ਼ਟਾਂਤ ਬਣਾਇਆ ਹੈ ਪ੍ਰਾਣੀ ਪਦ ਨੂੰ ਸਮਝਣ ਵਾਸਤੇ ਵੀ ਇਹਨੂੰ ਪ੍ਰਾਣੀ ਕਿਉਂ ਆਖਿਆ ਜਾਂਦਾ ਹੈ। ਕਹਿੰਦੇ ਵੀ ਅੱਖਾਂ ਕਹਿਣ ਲੱਗੀਆਂ ਵੀ ਅਸੀਂ ਵੱਡੀਆਂ ਹਾਂ, ਸਾਡੇ ਕਰਕੇ ਸਰੀਰ ਚੱਲਦਾ, ਜੇ ਅਸੀਂ ਵੇਖੀਏ ਨਾ, ਅੱਗੋਂ ਰਸਤਾ ਦਿਸੇ ਨਾ, ਤੇ ਸਰੀਰ ਇੱਕ ਥਾਂ ਤੋਂ ਦੂਜੇ ਥਾਂ ਤੇ ਨਹੀਂ ਜਾ ਸਕਦਾ, ਅਸੀਂ ਵੱਡੀਆਂ ਹਾਂ। ਕੰਨ ਕਹਿਣ ਲੱਗੇ ਵੀ ਨਹੀਂ ਅਸੀਂ ਵੱਡੇ ਹਾਂ ਕਿਉਂਕਿ ਅਸੀਂ ਆਵਾਜ਼ ਸੁਣਦੇ ਹਾਂ। ਰਸਨਾ ਇਹ ਜੀਭ ਇਹ ਕਹਿਣ ਲੱਗੀ ਵੀ ਨਹੀਂ ਮੈਂ ਵੱਡੀ ਹਾਂ, ਤੁਸੀਂ ਛੋਟੇ ਹੋ, ਮੈਂ ਬੋਲਦੀ ਹਾਂ ਤਾਂ ਸਾਰਾ ਕੰਮ ਚੱਲਦਾ ਹੈ। ਨਾਸਕਾਂ ਕਹਿਣ ਲੱਗੀਆਂ ਵੀ ਨਹੀਂ ਅਸੀਂ ਵੱਡੀਆਂ ਹਾਂ, ਸਾਡੇ ਤੋਂ ਹੀ ਪਤਾ ਲੱਗਦਾ ਸੁਗੰਧੀ ਦੁਰਗੰਧੀ ਦਾ, ਖੁਸ਼ਬੂ ਦਾ ਬਦਬੂ ਦਾ। ਹੱਥ ਕਹਿਣ ਲੱਗੇ ਵੀ ਅਸੀਂ ਨਾ ਹੋਈਏ ਤੇ ਕੋਈ ਵਸਤੂ ਤੁਸੀਂ ਕਿਵੇਂ ਫੜ ਸਕਦੇ ਹੋ। ਪੈਰ ਕਹਿਣ ਲੱਗੇ ਨਹੀਂ ਅਸੀਂ ਵੱਡੇ ਹਾਂ, ਅਸੀਂ ਨਾ ਹੋਈਏ ਤੇ ਇੱਕ ਥਾਂ ਤੋਂ ਦੂਜੇ ਥਾਂ ਤੇ ਸਰੀਰ ਜਾ ਕਿਵੇਂ ਸਕਦਾ ਹੈ। ਇਹ ਸਮਝਣ ਵਾਸਤੇ ਦ੍ਰਿਸ਼ਟਾਂਤ ਘੜਿਆ ਹੈ ਵੀ ਪ੍ਰਾਣ ਕਿਵੇਂ ਵੱਡੇ ਆ, ਪ੍ਰਾਣਾਂ ਨਾਲ ਸਰੀਰ ਚੱਲਦਾ ਹੈ। ਤੇ ਪ੍ਰਾਣ ਕਹਿਣ ਲੱਗੇ ਨਹੀਂ ਤੁਸੀਂ ਸਾਰੇ ਛੋਟੇ ਹੋ, ਮੈਂ ਵੱਡਾ ਹਾਂ, ਮੇਰੇ ਕਰਕੇ ਸਰੀਰ ਚੱਲਦਾ ਹੈ। ਕਹਿੰਦੇ ਵੀ ਪਤਾ ਤੇ ਤਾਂ ਲੱਗੂਗਾ ਜੇ ਆਪਣਾ ਟਿਕਾਣਾ ਛੱਡ ਕੇ ਪਾਸੇ ਹੋਈਏ ਵੀ ਕੀ ਘਾਟਾ ਪੈਂਦਾ ਇਸ ਰਾਜਧਾਨੀ ਦੇ ਵਿੱਚ, ਇਸ ਸਰੀਰ ਰੂਪੀ ਰਾਜਧਾਨੀ ਦੇ ਵਿੱਚ ਅਸੀਂ ਨਾ ਹੋਈਏ। ਵੀ ਹਰ ਇੱਕ ਆਪਣੇ ਆਪ ਨੂੰ ਰਾਜਾ ਹੀ ਮੰਨ ਕੇ ਬੈਠਾ ਹੈ, ਜੇ ਨਾ ਹੋਈਏ ਫਿਰ ਕੀ ਘਾਟਾ ਪੈਂਦਾ ਹੈ ਤੇ ਸਾਡੇ ਕਰਕੇ ਕੀ ਵਾਧਾ ਹੈ। ਕਹਿੰਦੇ ਆਪੋ ਆਪਣਾ ਥਾਂ ਛੱਡੋ। ਅੱਖਾਂ ਨੂੰ ਆਖਿਆ ਤੁਸੀਂ ਆਪਣਾ ਥਾਂ ਛੱਡੋ, ਅੱਖਾਂ ਨੇ ਥਾਂ ਛੱਡਿਆ ਤੇ ਮਨੁੱਖ ਅੰਧਾ ਹੋ ਗਿਆ, ਪਰ ਸਰੀਰ ਚੱਲਦਾ ਰਿਹਾ, ਦਿਸਣੋਂ ਹਟ ਗਿਆ। ਕੰਨਾਂ ਨੂੰ ਆਖਿਆ ਤੁਸੀਂ ਆਪਣਾ ਥਾਂ ਛੱਡੋ, ਕਹਿੰਦੇ ਥਾਂ ਛੱਡਿਆ, ਮਨੁੱਖ ਬੋਲਾ ਹੋ ਗਿਆ, ਪਰ ਸਰੀਰ ਤਾਂ ਚੱਲਦਾ ਰਿਹਾ। ਜੀਭ ਨੂੰ ਆਖਿਆ ਤੂੰ ਆਪਣਾ ਥਾਂ ਛੱਡ, ਉਹਨੇ ਆਪਣਾ ਥਾਂ ਛੱਡਿਆ, ਗੂੰਗਾ ਹੋ ਗਿਆ, ਬੋਲਣ ਤੋਂ ਅਸਮਰੱਥ ਹੋ ਗਿਆ, ਪਰ ਜਿਉਂਦਾ ਤੇ ਰਿਹਾ। ਹੱਥਾਂ ਨੂੰ ਆਖਿਆ ਤੁਸੀਂ ਆਪਣਾ ਥਾਂ ਛੱਡੋ, ਲੂਲਾ ਹੋ ਗਿਆ, ਕੁਝ ਕਰਨ ਤੋਂ ਅਸਮਰੱਥ ਹੋ ਗਿਆ, ਪਰ ਜਿਉਂਦਾ ਰਿਹਾ। ਪੈਰਾਂ ਨੂੰ ਆਖਿਆ ਤੁਸੀਂ ਆਪਣਾ ਥਾਂ ਛੱਡੋ, ਪੈਰਾਂ ਨੇ ਥਾਂ ਛੱਡਿਆ, ਲੰਗੜਾ ਹੋ ਗਿਆ, ਤੁਰਨ ਤੋਂ ਰਹਿਤ ਹੋ ਗਿਆ, ਪਰ ਸਰੀਰ ਜਿਉਂਦਾ ਰਿਹਾ। ਹੁਣ ਪ੍ਰਾਣ ਕਹਿੰਦੇ ਤੁਸੀਂ ਆਪੋ ਆਪਣੇ ਥਾਂ ਤੇ ਆ ਜਾਓ ਤੇ ਮੈਂ ਛੱਡਦਾ ਹੁਣ ਆਪਣਾ ਥਾਂ, ਤੁਸੀਂ ਆ ਜਾਓ ਵਿੱਚ ਸਾਰੇ ਜਾਣੇ ਇਸ ਰਾਜਧਾਨੀ ਦੇ, ਤੇ ਮੈਂ ਚੱਲਿਆ ਬਾਹਰ। ਜਦੋਂ ਪ੍ਰਾਣ ਨੇ ਆਖਿਆ ਹੀ ਨਾ ਵੀ ਹੁਣ ਮੈਂ ਬਾਹਰ ਜਾਨਾ ਵਾ, ਫਿਰ ਮੈਨੇ ਆ ਕੀ ਘਾਟਾ ਪੈਂਦਾ। ਤੇ ਕਹਿੰਦੇ ਪ੍ਰਾਣ ਜਦੋਂ ਬਾਹਰ ਹੋਏ ਤੇ ਸਰੀਰ ਮੁਰਦਾ ਹੋ ਗਿਆ। ਅੱਖਾਂ ਵਿੱਚ ਹੀ ਆ, ਨੱਕ ਕੰਨ ਵਿੱਚ ਹੀ ਆ, ਹੱਥ ਪੈਰ ਵਿੱਚ ਹੀ ਆ। ਪ੍ਰਾਣ ਬਾਹਰ ਹੋ ਗਏ ਜਦੋਂ ਸਰੀਰ ਤੋਂ, ਤੇ ਸਰੀਰ ਤੇ ਕੋਈ ਵੀ ਇੰਦਰੀਆ ਕੰਮ ਕਰਨ ਜੋਗਾ ਨਹੀਂ, ਨਾ ਗਿਆਨ ਇੰਦਰੀਆ ਨਾ ਕਰਮ ਇੰਦਰੀਆ। ਕਰਮ ਇੰਦਰੀਏ ਉਹਨਾਂ ਨੂੰ ਕਹਿੰਦੇ ਆਪਾਂ ਜਿਨ੍ਹਾਂ ਦੁਆਰਾ ਆਪਾਂ ਕੋਈ ਕੰਮ ਕਰਦੇ ਹਾਂ, ਤੇ ਗਿਆਨ ਇੰਦਰੀਏ ਉਹਨਾਂ ਨੂੰ ਕਹਿੰਦੇ ਆ ਜਿਹੜਾ ਕੋਈ ਸਾਨੂੰ ਗਿਆਨ ਦਿੰਦੇ। ਤਾਂ ਉਸ ਵੇਲੇ ਫਿਰ ਬਾਕੀ ਸਾਰੇ ਵਿੱਚ ਆ। ਜਦੋਂ ਪ੍ਰਾਣ ਬਾਹਰ ਹੋਏ ਤੇ ਸਰੀਰ ਜਿਹੜਾ ਹੈ ਉਸੇ ਵੇਲੇ ਮੁਰਦਾ ਹੋ ਗਿਆ। ਪ੍ਰਾਣਾਂ ਨੇ ਆਖਿਆ ਵੀ ਨਹੀਂ, ਜੇ ਤੁਹਾਡੇ ਚੋਂ ਇੱਕ ਅੱਧਾ ਨਾਂ ਵੀ ਹੋਵੇ ਤੇ ਕੰਮ ਚੱਲ ਜਾਂਦਾ ਵਾ, ਪਰ ਜੇ ਮੈਂ ਨਾ ਹੋਵਾਂ ਤੇ ਫਿਰ ਨਹੀਂ ਸਰੀਰ ਦਾ ਕੰਮ ਚੱਲਦਾ। ਇਸ ਕਰਕੇ
ਪ੍ਰਾਣਾ ਕਰਕੇ ਸਰੀਰ ਚੱਲਦਾ ਹੈ, ਤਾਂ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਪ੍ਰਾਣੀ ਕਹਿ ਕੇ ਸੰਬੋਧਨ ਕੀਤਾ ਹੈ ਵੀ ਇਹ ਭਾਈ ਤੂੰ ਪ੍ਰਾਣਾ ਕਰਕੇ ਚੱਲਦਾ ਹੈ। ਤੇ ਪ੍ਰਾਣ ਕੀ ਹੈ? ਇੱਕ ਤਰ੍ਹਾਂ ਦੀ ਹਵਾ ਹੀ ਹੈ, ਜਿਹਦੇ ਪ੍ਰਕਾਰ 10 ਹਨ, 10 ਪ੍ਰਕਾਰ ਦੇ ਪ੍ਰਾਣ ਹਨ, ਤਾਂ ਉਹਨਾਂ ਕਰਕੇ ਸਰੀਰ ਚੱਲਦਾ ਹੈ। ਤਾਂ ਮਹਾਰਾਜ ਕਹਿੰਦੇ ਹੈ ਪ੍ਰਾਣਾ ਧਾਰੀ ਜੀਵ, ਸਵਾਸਾਂ ਦੇ ਨਾਲ ਚੱਲਣ ਵਾਲੇ ਜੀਵ, ਗੋਪਾਲ ਦੇ ਜਸ ਨੂੰ ਗਾਇਆ ਕਰ। ਗੋਪਾਲ ਕੋ ਜਸ ਗਾਓ ਪ੍ਰਾਣੀ, ਇਹ ਪ੍ਰਾਣਾ ਧਾਰੀ ਪ੍ਰਿਥਵੀ ਦੇ ਪਾਲਣਹਾਰ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੋ। ਅਕਥ ਕਥਾ ਸਾਚੀ ਪ੍ਰਭ ਪੂਰਨ, ਜੋ ਪਰਿਪੂਰਨ ਪਰਮੇਸ਼ਰ ਹੈ ਨਾ, ਪ੍ਰਭ ਪੂਰਨ, ਜਿਹੜਾ ਸਾਰਿਆਂ ਥਾਵਾਂ ਤੇ ਪੂਰਿਆ ਹੋਇਆ ਹੈ, ਕਿਤੇ ਵੀ ਘਟ ਨਹੀਂ ਹੈ, ਕਿਤੇ ਵੀ ਅਧੂਰਾ ਨਹੀਂ ਹੈ, ਹਰ ਇੱਕ ਥਾਂ ਤੇ ਉਹ ਪੂਰਾ ਹੈ, ਵਿਆਪਕ ਹੈ। ਜਲ ਵਿੱਚ ਵੀ ਓਨਾ ਹੀ ਹੈ, ਥਲ ਵਿੱਚ ਵੀ ਓਨਾ ਹੀ ਹੈ, ਧਰਤੀ ਵਿੱਚ ਵੀ ਓਨਾ ਹੀ ਹੈ, ਤੇ ਆਕਾਸ਼ ਵਿੱਚ ਵੀ ਓਨਾ ਹੀ ਪੂਰਨ ਹੈ। ਕੀੜੀ ਵਿੱਚ ਵੀ ਓਨਾ ਹੀ ਪੂਰਨ ਹੈ, ਹਾਥੀ ਵਿੱਚ ਵੀ ਓਨਾ ਹੀ ਪੂਰਨ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਐਸਾ ਜੋ ਪ੍ਰਭ ਪੂਰਨ ਹੈ ਨਾ, ਮਹਾਰਾਜ ਕਹਿੰਦੇ ਉਸ ਦੀ ਕਥਾ ਅਕਥ ਹੈ। ਜਿਸ ਦੀ ਜਿੰਨੀ ਕਥਾ ਕਥਨ ਕੀਤੀ ਜਾਵੇ ਤੇ ਉਸ ਕਥਾ ਦਾ ਅੰਤ ਨਹੀਂ ਆਉਂਦਾ ਹੈ, ਸਿਖਰ ਨਹੀਂ ਆਉਂਦਾ ਹੈ। ਜੋ ਕਥਨ ਤੋਂ ਰਹਿਤ ਹੈ ਕਥਾ, ਕਥਾ ਕਥਨੀ ਤਾਂ ਹੈ ਹੀ। ਉਹ ਪ੍ਰਭੂ ਦੀ ਕਥਾ ਜਿੱਥੇ ਅਕਥ ਹੈ ਉੱਥੇ ਸਾਚੀ ਹੈ। ਅਕਥ ਕਥਾ ਸਾਚੀ, ਪ੍ਰਭ ਪੂਰਨ, ਪਰਿਪੂਰਨ ਪਰਮਾਤਮ ਦੇਵ ਪਰਮੇਸ਼ਵਰ ਵਾਹਿਗੁਰੂ ਜੀ ਦੀ ਕਥਾ ਸੱਚੀ ਹੈ ਤੇ ਕਥਨ ਤੋਂ ਰਹਿਤ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਕਰੋੜਾਂ ਨੇ ਭਾਈ ਬੀਤ ਚੁੱਕੇ ਸਮੇਂ ਦੇ ਵਿੱਚ ਵਾਹਿਗੁਰੂ ਦੀ ਕਥਾ ਕੀਤੀ। ਕਰੋੜਾਂ ਹੀ ਜੀਵ ਵਰਤਮਾਨ ਕਾਲ ਵਿੱਚ ਵਾਹਿਗੁਰੂ ਜੀ ਦੀ ਕਥਾ ਕਥ ਰਹੇ ਆ, ਤੇ ਕਰੋੜਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਥਨਗੇ। ਪਰ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਸਾਰੀ ਨਹੀਂ ਕਥਨ ਕੀਤੀ ਗਈ, ਉਹ ਫਿਰ ਵੀ ਅਕਾਥੀ ਹੈ। ਜਿੰਨਿਆਂ ਨੇ ਕਥਾ ਕੀਤੀ ਉਹਨਾਂ ਨੇ ਕਥਾ ਕਥ ਕਥ ਕੇ ਅਖੀਰ ਤੇ ਇਹੀ ਆਖਿਆ ਕਿ ਵਾਹਿਗੁਰੂ ਜੀ ਦੀ ਕਥਾ ਦਾ ਅੰਤ ਕੋਈ ਨਹੀਂ ਹੈ। ਮੇਰੇ ਸਮੇਂ ਦਾ ਅੰਤ ਹੈ, ਮੇਰੀ ਸ਼ਕਤੀ ਦਾ ਅੰਤ ਹੈ, ਮੇਰੀ ਸਮਰੱਥਾ ਦਾ ਅੰਤ ਹੈ, ਮੇਰੇ ਕਥਨ ਸ਼ਕਤੀ ਦਾ ਅੰਤ ਹੈ, ਪਰ ਪ੍ਰਭੂ ਦੀ ਕਥਾ ਬੇਅੰਤ ਹੀ ਬੇਅੰਤ ਹੈ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਨੇ ਪਿੱਛੇ ਕਥਿਆ, ਕਰੋੜਾਂ ਅੱਗੇ ਕਥਨਗੇ, ਕਰੋੜਾਂ ਹੁਣ ਕਥਨ ਰਹੇ ਆ, ਕਥਨ ਕਰ ਰਹੇ ਆ, ਪਰ ਵਾਹਿਗੁਰੂ ਜੀ ਦੀ ਕਥਾ ਦਾ ਕੋਈ ਅੰਤ ਨਹੀਂ ਆਉਂਦਾ। ਇਸ ਕਰਕੇ ਉਹ ਕਥਾ ਅਕਥ ਹੈ। ਸਤਿਗੁਰੂ ਤੀਜੇ ਪਾਤਸ਼ਾਹ ਨੇ ਫਰਮਾਇਆ ਵੀ ਆਓ ਗੁਰੂ ਕੇ ਸਿੱਖੋ, ਆਓ ਪਿਆਰਿਓ ਸੰਤ ਜਨੋ, ਕਥਾ ਕਰੀਏ। ਤੇ ਕਥਾ ਪਤਾ ਕਿਹਦੀ ਕਰੀਏ? ਜਿਸ ਦੀ ਕਥਾ ਕਰਕੇ ਕਥਾ ਕਥੀ ਨਹੀਂ ਜਾਂਦੀ, ਜਿਸ ਦੀ ਕਥਾ ਦਾ ਅੰਤ ਨਹੀਂ ਆਉਂਦਾ, ਉਹਦੀ ਕਥਾ ਕਰੀਏ। ਆਨੰਦ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਮਹਾਰਾਜ ਕਹਿੰਦੇ ਨਾਲੇ ਕਹਿੰਦੇ ਕਥਾ ਕਰੀਏ, ਨਾਲੇ ਕਹਿੰਦੇ ਅਕਥ ਦੀ ਕਥਾ ਕਰੀਏ, ਵੀ ਜਿਹੜਾ ਕਥਿਆ ਨਹੀਂ ਜਾਂਦਾ ਉਸ ਦੀ ਕਥਾ ਕਰੀਏ। ਕਥਾ ਕਰਦਿਆਂ ਕਰਦਿਆਂ ਇਹੀ ਸਮਝ ਪੈਂਦੀ ਹੈ ਵੀ ਉਹ ਕਥਨ ਤੋਂ ਬਾਹਰਾ ਹੈ, ਉਹਦੀ ਕਥਾ ਸਾਰੀ ਹੋ ਨਹੀਂ ਸਕਦੀ, ਉਹ ਬੇਅੰਤ ਹੈ। ਇੱਕ ਤਿਲ ਮਾਤਰ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੱਕ ਤਿਲ ਮਾਤਰ ਵੀ ਕੋਈ ਗਿਆਨੀ ਧਿਆਨੀ ਉਸ ਵਾਹਿਗੁਰੂ ਜੀ ਦੀ ਕਥਾ ਕਥਨ ਨਹੀਂ ਕਰ ਸਕਦਾ। ਮਹਾਰਾਜ ਸਾਹਿਬ ਕਹਿੰਦੇ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਕ ਤਿਲ ਜਿੰਨੀ ਵਡਿਆਈ ਵੀ ਨਹੀਂ ਕਥਨ ਕੀਤੀ ਜਾ ਸਕਦੀ। ਇਸ ਕਰਕੇ ਭਾਈ ਉਹ ਅਕਥ ਹੈ, ਤਾਂ ਉਸ ਅਕਥ ਦੀ ਕਥਾ ਸੱਚੀ ਹੈ
ਜੋ ਪਰਿਪੂਰਨ ਪ੍ਰਮਾਤਮਾ ਹੈ। ਜੋਤੀ ਜੋਤ ਸਮਾਣੀ, ਜਿਨ੍ਹਾਂ ਜੀਵਾਂ ਨੇ ਉਸ ਅਕਥ ਕਥਨ ਤੋਂ ਰਹਿਤ ਪ੍ਰਮਾਤਮਾ ਦੀ ਕਥਾ ਕੀਤੀ ਹੈ, ਬੇਅੰਤ ਸਰੂਪ ਵਾਹਿਗੁਰੂ ਜੀ ਦੀ ਕਥਾ ਕੀਤੀ ਹੈ, ਉਸ ਦਾ ਜਸ ਕੀਤਾ ਹੈ, ਸਿਫਤ ਸਲਾਹ ਕੀਤੀ ਹੈ, ਉਹਨਾਂ ਜੀਵਾਂ ਦੀ ਜੋਤੀ ਜੋਤ ਸਮਾਣੀ ਪ੍ਰਭੂ ਜੋਤ ਦੇ ਵਿੱਚ ਸਮਾ ਗਈ। ਜਿਨ੍ਹਾਂ ਨੇ ਉਸ ਨੂੰ ਗਾਵਿਆ ਹੈ, ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈ, ਉਹਨਾਂ ਦੀ ਫਿਰ ਜੋਤ ਉਸ ਸਰਬ ਵਿਆਪਕ ਜੋਤ ਦੇ ਵਿੱਚ ਲੀਨ ਹੋ ਗਈ। ਭਗਤ ਕਬੀਰ ਸਾਹਿਬ ਜੀ ਉਸ ਸਰਬ ਵਿਆਪਕ ਵਿੱਚ ਲੀਨ ਹੋ ਗਏ। ਨਾਮਦੇਵ ਸਾਹਿਬ ਜੀ ਉਸ ਵਿੱਚ ਲੀਨ ਹੋ ਗਏ। ਭਗਤ ਰਵਿਦਾਸ ਸਾਹਿਬ ਜੀ ਉਸ ਵਿੱਚ ਲੀਨ ਹੋ ਗਏ। ਜੋਤੀ ਜੋਤ ਸਮਾਣੀ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਨ੍ਹਾਂ ਨੇ ਉਸ ਦੇ ਜਸ ਨੂੰ ਗਾਇਆ, ਉਹਨਾਂ ਦੀ ਜੋਤ ਉਸ ਵਾਹਿਗੁਰੂ ਜੋਤੀ ਦੇ ਵਿੱਚ ਸਮਾ ਗਈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਤ੍ਰਿਸ਼ਨਾ ਭੂਖ ਸਭ ਨਾਸੀ। ਮਹਾਰਾਜ ਕਹਿੰਦੇ ਭਾਈ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਪਿਆ ਹੈ ਨਾ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਰੂਪੀ ਭੁੱਖ ਸਾਰੀ ਨਾਸ ਹੋ ਗਈ। ਭੁੱਖ ਇੱਕ ਤਾਂ ਲੱਗਦੀ ਹੈ ਸਾਨੂੰ ਰੋਟੀ ਦੀ, ਪ੍ਰਸ਼ਾਦੇ ਦੀ, ਰੋਜ਼ ਲੱਗਦੀ ਹੈ, ਘੱਟੋ ਘੱਟ 2 ਵੇਲੇ ਤਾਂ ਲੱਗਦੀ ਹੈ, ਜ਼ਿਆਦਾ 3 ਵੇਲੇ ਵੀ ਲੱਗ ਜਾਂਦੀ ਹੈ, ਸਵੇਰੇ ਦੁਪਹਿਰੇ ਸ਼ਾਮ। ਤੇ ਕਈਆਂ ਗੁਰਮੁਖਾਂ ਦਾ, ਮਹਾਂਪੁਰਖਾਂ ਦਾ ਐਸਾ ਨਿਯਮ ਹੈ, ਆਪੋ ਆਪਣਾ ਹਰ ਇੱਕ ਦਾ ਨਿਯਮ ਹੈ, ਆਪਣਾ ਸੁਭਾਅ ਹੈ। ਕਈਆਂ ਨੂੰ ਦਿਨ 'ਚ 1 ਵਾਰੀ ਲੱਗਦੀ ਹੈ, ਘੱਟੋ ਘੱਟ 1 ਵਾਰੀ ਤੇ ਲੱਗਦੀ ਹੈ ਨਾ। ਐਸੇ ਗੁਰਮੁਖ ਵੀ ਹਨ ਜਿਹੜੇ ਇੱਕ ਸਮੇਂ ਹੀ ਪ੍ਰਸ਼ਾਦਾ ਛਕਦੇ ਆ, ਉਹਨਾਂ ਨੇ ਐਸਾ ਸੰਜਮ ਬਣਾਇਆ ਹੈ। ਐਸੇ ਮਹਾਂਪੁਰਖ ਵੀ ਜਿਨ੍ਹਾਂ ਨੇ 8 ਪਹਿਰਾਂ ਦੇ ਵਿੱਚ ਇੱਕ ਸਮੇਂ ਹੀ ਪ੍ਰਸ਼ਾਦਾ ਛਕਣਾ, ਉਹਨਾਂ ਨੇ ਆਪਣਾ ਆਹਾਰ, ਆਪਣਾ ਨਿਯਮ ਇਸ ਤਰੀਕੇ ਦਾ ਬਣਾਇਆ ਹੋਇਆ। ਆਮ ਆਪਾਂ ਸੰਸਾਰੀ ਜੀਵ ਘੱਟ ਤੋਂ ਘੱਟ 2 ਵਾਰੀ ਛਕਦੇ ਆ, ਨਹੀਂ ਤੇ ਵੱਧ ਤੋਂ ਵੱਧ ਕਈ ਵਾਰੀ ਵੱਧ ਵੀ ਗੱਫੇ ਲਾ ਹੀ ਲਈਦੇ, 3-4 ਵਾਰੀ ਵੀ। ਕਿਸੇ ਪ੍ਰੋਗਰਾਮ ਦੇ ਵਿੱਚ, ਕਿਸੇ ਵਿਆਹ ਸ਼ਾਦੀ ਤੇ ਰੱਜਾ ਹੋਇਆ ਬੰਦਾ ਤਾਂ ਵੀ ਫਿਰ ਵੀ ਛਕ ਲੈਂਦਾ। ਇੱਕ ਇਹ ਤਾਂ ਹੈ ਸਾਡੇ ਪੇਟ ਦੀ ਭੁੱਖ, ਸਾਡੇ ਸਰੀਰ ਦੀ ਭੁੱਖ, 8 ਪਹਿਰਾਂ ਦੀ ਭੁੱਖ ਸੁਭਾਵਿਕ ਹੀ ਲੱਗਣੀ ਹੈ, ਭੁੱਖ ਵੀ ਪਿਆਸ ਵੀ। ਤੇ ਇੱਕ ਹੈ ਸਾਡੇ ਮਨ ਦੀ ਭੁੱਖ, ਉਹਨੂੰ ਮਹਾਰਾਜ ਨੇ ਆਖਿਆ ਇੱਥੇ ਤ੍ਰਿਸ਼ਨਾ ਭੂਖ, ਉਹ ਤ੍ਰਿਸ਼ਨਾ ਦੀ ਭੁੱਖ ਹੈ। ਉਂਝ ਜਿੰਨੇ ਸਾਡੇ ਇੰਦਰੀਏ, ਇਹਨਾਂ ਦੀ ਵੀ ਭੁੱਖ ਹੈ, ਅੱਖਾਂ ਦੀ ਵੀ ਭੁੱਖ ਹੈ, ਕੰਨਾਂ ਦੀ ਵੀ ਭੁੱਖ ਹੈ, ਨਾਸਕਾਂ ਦੀ ਵੀ ਭੁੱਖ ਹੈ, ਜੀਭ ਦੀ ਵੀ ਭੁੱਖ ਹੈ, ਚਮੜੀ ਦੀ ਵੀ ਭੁੱਖ ਹੈ। ਇਹ ਵੱਖਰੀ ਵੱਖਰੀ ਭੁੱਖ ਹੈ। ਤੇ ਮਹਾਰਾਜ ਸਾਹਿਬ ਇੱਥੇ ਕਹਿੰਦੇ ਆ ਵੀ ਤ੍ਰਿਸ਼ਨਾ ਭੂਖ ਸਭ ਨਾਸੀ। ਜਿਨ੍ਹਾਂ ਨੇ ਪ੍ਰਭੂ ਨੂੰ ਜਪਿਆ ਨਾ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਸਾਰੀ ਭੁੱਖ ਨਾਸ ਹੋ ਗਈ। ਇਹ ਵੱਖ-ਵੱਖ ਭੁੱਖਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਕਥਨ ਕੀਤਾ ਹੈ ਵੀ ਅੱਖਾਂ ਦੀ ਭੁੱਖ ਹੈ, ਸੰਸਾਰ ਦੇ ਰੰਗ ਤਮਾਸ਼ੇ ਵੇਖੀ ਜਾਣੇ, ਇਹ ਅੱਖਾਂ ਦੀ ਭੁੱਖ ਹੈ। ਬਗਾਨਾ ਰੂਪ ਤੱਕਣਾ, ਇਹ ਅੱਖਾਂ ਦੀ ਭੁੱਖ ਹੈ। ਅੱਖੀਂ ਵੇਖਣਾ ਰੱਜੀਆਂ, ਬਹੁ ਰੰਗ ਤਮਾਸ਼ੇ। ਕਿੰਨੇ ਰੰਗ ਤਮਾਸ਼ੇ ਸੰਸਾਰ ਵਿੱਚ ਵੇਖੇ ਅੱਖਾਂ ਨੇ, ਪਰ ਰੱਜੀਆਂ ਤੇ ਨਹੀਂ, ਵੇਖੀ ਜਾਂਦੀਆਂ। ਕੰਨਾਂ ਨੇ ਕੀ ਕੁਝ ਸੁਣਿਆ, ਪਰ ਕੰਨ ਰੱਜੇ ਨਹੀਂ। ਜੀਭ ਨੇ ਕਿੰਨੇ ਸਵਾਦ, ਕਿੰਨੇ ਚਸਕੇ ਲਏ, ਪਰ ਰੱਜੀ ਨਹੀਂ। ਅੱਖੀਂ ਵੇਖਣਾ ਰੱਜੀਆਂ, ਬਹੁ ਰੰਗ ਤਮਾਸ਼ੇ। ਉਸਤਤ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ। ਕਹਿੰਦੇ ਕੰਨਾਂ ਨੇ ਕਿੰਨੀ ਉਸਤਤੀ ਸੁਣੀ, ਕਿੰਨੀ ਨਿੰਦਿਆ ਸੁਣੀ, ਕਿੰਨਾ ਰੋਣਾ ਸੁਣਿਆ, ਕਿੰਨਾ ਹੱਸਣਾ ਸੁਣਿਆ, ਪਰ ਰੱਜੇ ਤੇ ਨਹੀਂ। ਇਹ ਕੰਨਾਂ ਦੀ ਭੁੱਖ ਹੈ। ਉਸਤਤ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ। ਸਾਦੀ ਜੀਭ ਨਾ ਰੱਜੀਆ, ਕਰ ਭੋਗ ਬਿਲਾਸੇ।
बड़े स्वाद, ये रसना ने बड़े रस चखे, बड़े स्वाद लए, पर पदार्थां नूं चख चख के शरीर नूं रोगी ते भावें ने कर दिता मिठा खा खा के। डॉक्टरां ने दस तां दिता भी हुण मिठा ना खाई, तैनूं शुगर हो गई आ, पर ये ना हटी स्वाद लैणों। इसे नूं महाराज ने आख्या भी हे रसना, तेरी जिहड़ी प्यास आ, तेरी जिहड़ी भुख आ, उन्ना चिर दूर नहीं होनी जिन्ना चिर तैनूं सच्चा नाम ना प्राप्त होया। ए रसना तू अनरस राच रही, तेरी प्यास ना जाए, प्यास ना जाए होर ते कितै, जिचर हर रस पल्लै ना पाए। हर रस पाए पल्लै पीए हर रस, बहुड़ ना तृष्णा लागै आए। इहो हर रस करमी पाईऐ, सतगुर मिलै जिस आए। कहै नानक होर अन रस सब विसरे, जा हर वसै मन आए। ਜਦੋਂ ਹਰੀ ਮਨ ਵਿੱਚ ਆ ਕੇ ਵਸਿਆ ਤਾਂ ਤੇਰੇ ਰਸ ਜਿਹੜੇ ਦੂਰ ਹੋਣਗੇ। ਬਾਬਾ ਫਰੀਦ ਸਾਹਿਬ ਜੀ ਨੂੰ ਪਹਿਲਾਂ ਨਾ ਸ਼ੱਕਰ ਖਵਾ ਕੇ ਮਾਤਾ ਨੇ ਆਖਿਆ ਨਵਾਜ਼ ਪੜ੍ਹਿਆ ਕਰ ਫਰੀਦ। ਛੋਟੇ ਜਿਹੇ ਸੀ ਜਦੋਂ, ਮਿੱਠਾ ਖਵਾ ਖਵਾ ਕੇ ਕਦੀ ਮਿਸ਼ਰੀ ਰੱਖ ਦੇਣੀ, ਕਦੀ ਸ਼ੱਕਰ ਰੱਖ ਦੇਣੀ ਮਸੱਲੇ ਥੱਲੇ। ਜਦੋਂ ਜਪਦਿਆਂ ਫਿਰ ਨਾਮ ਦਾ ਸਵਾਦ ਪ੍ਰਾਪਤ ਹੋਇਆ ਨਾ, ਆਖਿਆ ਮਾਤਾ ਸਾਰੀਆਂ ਵਸਤੂਆਂ ਹੈ ਤੇ ਮਿੱਠੀਆਂ ਹੀ, ਪਰ ਜਿੰਨਾ ਮਿੱਠਾ ਪ੍ਰਭੂ ਦਾ ਨਾਮ ਓਨਾ ਮਿੱਠਾ ਕੋਈ ਵੀ ਪਦਾਰਥ ਨਹੀਂ। ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਫਿਰ ਆਖਿਆ ਵੀ ਰੱਬ ਦੇ ਨਾਮ ਬਰਾਬਰ ਕੋਈ ਨਹੀਂ ਮਿਠਾਸ ਪੁੱਜ ਸਕਦੀ। ਮਨ ਹਰ ਰਸ ਸਭ ਤੇ ਮੀਠਾ ਜੀਓ। ਪਰ ਇਹ ਰਸਨਾ ਦੀ ਇੱਕ ਆਪਣੀ ਭੁੱਖ ਹੈ। ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਜ਼ਿਆਦਾ ਜਿਉਣ ਦੀ ਵੀ ਇੱਕ ਭੁੱਖ ਹੀ ਹੈ ਵੀ ਮੇਰੀ ਉਮਰ ਲੰਮੀ ਹੋਵੇ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਲੰਮੀ ਉਮਰ ਹੋਣ ਦੇ ਨਾਲ ਤੂੰ ਪੂਰਾ ਤਾਂ ਨਹੀਂ ਹੋ ਜਾਣਾ, ਤੂੰ ਮੁਕੰਮਲ ਤਾਂ ਨਹੀਂ ਹੋ ਜਾਣਾ। ਜਪਜੀ ਸਾਹਿਬ ਜੀ ਬਾਬਾ ਜੀ ਨੇ ਫਰਮਾਇਆ ਵੀ ਫਿਰ ਤੂੰ ਪੂਰਾ ਤਾਂ ਨਹੀਂ ਹੋ ਸਕਦਾ ਵੀ ਜੇ ਲੰਮੀ ਉਮਰ ਹੋ ਜਾਵੇ। ਕਿੰਨੀ ਕੁ ਲੰਮੀ? 4 ਯੁੱਗਾਂ ਦੀ ਹੋ ਜੇ ਉਮਰ ਤੇਰੀ, 4 ਤੋਂ ਵੀ 10 ਗੁਣਾ ਜ਼ਿਆਦਾ ਹੋ ਜਾਵੇ, 40 ਯੁੱਗਾਂ ਦੀ ਹੋ ਜਾਵੇ ਭਾਵੇਂ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ। ਇੱਕ ਇਹ ਵੀ ਭੁੱਖ ਹੈ ਵੀ ਮੇਰੀ ਉਮਰ ਵੱਡੀ ਹੋਵੇ। ਦੂਜੀ ਮਨੁੱਖ ਨੂੰ ਭੁੱਖ ਹੈ ਕਿ ਮੇਰੀ ਜਾਣ ਪਛਾਣ ਬਹੁਤੀ ਹੋਵੇ, ਮੇਰੀ ਮਸ਼ਹੂਰੀ ਜ਼ਿਆਦੀ ਹੋਵੇ, ਮੈਂ ਲੋਕਾਂ ਵਿੱਚ ਜਾਣਿਆ ਪਛਾਣਿਆ ਬਹੁਤਾ ਜਾਵਾਂ। ਇੱਕ ਭੁੱਖ ਇਹ ਹੈ ਕਿ ਮੇਰੀ ਵਡਿਆਈ ਹੋਵੇ, ਜਾਣ ਪਛਾਣ ਵੀ ਹੋਵੇ ਤੇ ਨਾਲ ਵਡਿਆਈ ਵੀ ਹੋਵੇ, ਲੋਕ ਮੇਰੀ ਕੀਰਤੀ ਕਰਨ ਅੱਗੇ ਪਿੱਛੇ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਜੇ ਉਮਰ ਵੀ 40 ਯੁੱਗਾਂ ਦੀ ਹੋ ਜਾਵੇ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ ਤੂੰ ਸਾਰੀ ਧਰਤੀ ਤੇ ਜਾਣਿਆ ਜਾਵੇ। ਨੌਵਾਂ ਖੰਡਾਂ ਦੀ ਸਾਰੀ ਸ੍ਰਿਸ਼ਟੀ ਵਿੱਚ ਜਾਣਿਆ ਜਾਵੇ। ਜਿੱਥੋਂ ਤੀਕ ਸੰਸਾਰ ਹੈ ਨਾ, ਉਹ ਸਾਰੇ ਵਿੱਚ ਤੇਰੀ ਮਸ਼ਹੂਰੀ ਹੋ ਜਾਵੇ। ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ, ਤੇ ਤੇਰੇ ਨਾਲ ਸਾਰੇ ਤੁਰ ਪਿਆ ਕਰਨ ਤੇਰਾ ਧੰਨਵਾਦ, ਤੇਰਾ ਜੀ ਆਇਆ ਆਖਦਿਆਂ ਪਹਿਲੋਂ ਅੱਗੋਂ ਲੈਣ ਜਾਣ, ਫਿਰ ਤੈਨੂੰ ਵਿਦਾਇਗੀ ਦੇਣ ਵਾਸਤੇ ਵੀ ਤੇਰੇ ਨਾਲ ਤੁਰ ਪਿਆ ਕਰਨ। ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ। ਤੈਨੂੰ ਨਾਮ ਵੀ ਆਪਣਾ ਬੜਾ ਚੰਗਾ ਰਖਾ ਲਵੇਂ, ਲੰਮਾ ਚੌੜਾ ਵੱਡਾ ਸਾਰਾ ਨਾਂ ਰਖਾ ਲਵੇਂ, ਤੇ ਤੇਰੇ ਮੂੰਹ ਤੇ ਵੀ ਲੋਕ ਜਸ ਕਰਨ, ਤੇਰੇ ਪਿੱਠ ਪਿੱਛੇ ਵੀ ਤੇਰੀ ਕੀਰਤੀ ਕਰਨ। ਜਦੋਂ ਤੂੰ ਉੱਥੋਂ ਗਾਂਹ ਲੰਘ ਜਾਵੇਂ ਫਿਰ ਵੀ ਤੇਰੀ ਮਹਿਮਾ ਹੁੰਦੀ ਰਹੇ। ਜਸ ਕੀਰਤ ਜਗ ਲੈ। ਇੰਨਾ ਕੁਝ ਹੋ ਵੀ ਜਾਵੇ ਤੇ ਮਹਾਰਾਜ ਕਹਿੰਦੇ ਜੇ ਤੂੰ ਬੰਦਗੀ ਨਾ ਕੀਤੀ, ਜੇ ਪਰਮੇਸ਼ਰ ਦੀ ਨਿਗਾਹ ਵਿੱਚ ਨਾ ਆਇਆ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ ਫਿਰ ਤੇਰੀ ਇਹ ਹਾਲਤ ਹੋਵੇਗੀ, ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਤਾਂ ਸਤਿਗੁਰੂ ਕਹਿੰਦੇ ਵੀ ਇਹ ਵੱਖ-ਵੱਖ ਭੁੱਖਾਂ ਹਨ, ਇਹ ਤ੍ਰਿਸ਼ਨਾ ਹੈ ਬੰਦੇ ਦੀਆਂ। ਤੇ ਜੋ ਪਦਾਰਥਾਂ ਦੀ ਪ੍ਰਾਪਤੀ ਦੀ ਭੁੱਖ ਹੈ, ਇਹ ਹਰ ਵੇਲੇ ਮਨ ਵਿੱਚ ਲੱਗੀ ਰਹਿੰਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ,
ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁੱਝੀ ਹੈ। ਅੱਗੇ ਤੋਂ ਅੱਗੇ ਜਦੋਂ 100 ਰੁਪਈਆ ਕਮਾਉਂਦਾ ਫਿਰ ਕਹਿੰਦਾ ਵੀ 1000 ਬਣ ਜਾਵੇ ਕਿਤੇ। ਜਦੋਂ 1000 ਬਣਨ ਲੱਗ ਪਿਆ ਫਿਰ ਕਹਿੰਦਾ ਵੀ 10,000 ਬਣ ਜਾਵੇ। ਜਦੋਂ 10,000 ਬਣਨ ਲੱਗ ਪਿਆ ਕਹਿੰਦਾ ਫਿਰ ਲੱਖ ਚਾਹੀਦਾ। ਲੱਖ ਬਣਨ ਲੱਗ ਪਿਆ ਉਹ ਕਹਿੰਦਾ ਕਰੋੜ ਚਾਹੀਦਾ। ਜਿਹਨੂੰ ਕਰੋੜ ਵੀ ਮਿਲਦਾ ਹੈ ਉਹ ਕਹਿੰਦਾ ਅਰਬ ਖਰਬ ਚਾਹੀਦਾ। ਜਿਹਦੇ ਕੋਲ ਇੰਨੇ ਵੀ ਆ ਉਹ ਕਹਿੰਦਾ ਵੀ ਸਾਰਾ ਸੰਸਾਰ ਹੀ ਮੇਰੇ ਕੋਲੇ ਚਾਹੀਦਾ। ਭੁੱਖ ਵੱਧਦੀ ਜਾਂਦੀ ਹੈ। ਭੁੱਖ ਦਾ ਟੋਆ ਐਡਾ ਵੱਡਾ ਭਰਦਾ ਹੀ ਨਹੀਂ ਹੈ। ਇਸੇ ਨੂੰ ਮਹਾਰਾਜ ਨੇ ਸੁਖਮਨੀ ਸਾਹਿਬ ਚ ਆਖਿਆ ਵੀ ਸਹਿਸ ਖੱਟੇ ਲੱਖ ਕੌਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਇਸ ਤਰ੍ਹਾਂ ਦੀ ਹਾਲਤ ਹੈ। ਤੇ ਸਤਿਗੁਰੂ ਕਹਿੰਦੇ ਭਾਈ ਜਿਹੜੇ ਪ੍ਰਭੂ ਨੂੰ ਜਪਦੇ ਆ, ਤ੍ਰਿਸ਼ਨਾ ਭੂਖ ਸਭ ਨਾਸੀ। ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਰੂਪੀ ਭੁੱਖ ਜਿਹੜੀ ਹੈ ਨਾ ਮਨ ਨੂੰ ਲੱਗੀ ਹੋਈ, ਉਹ ਸਾਰੀ ਨਾਸ ਹੋ ਜਾਂਦੀ ਹੈ। ਸੰਤ ਪ੍ਰਸਾਦ ਜਪਿਆ ਅਬਨਾਸੀ। ਪਰ ਨਾਸ ਕਿਹਨਾਂ ਦੀ ਹੁੰਦੀ ਹੈ? ਤ੍ਰਿਸ਼ਨਾ ਰੂਪੀ ਭੁੱਖ ਜਿਨ੍ਹਾਂ ਨੇ ਸੰਤਾਂ ਦੀ ਕਿਰਪਾ ਦੇ ਨਾਲ ਜਪਿਆ ਵਿਨਾਸੀ ਪਰਮੇਸ਼ਰ ਨੂੰ। ਸੰਤ ਪ੍ਰਸਾਦ, ਸੰਤ ਦੀ ਕਿਰਪਾ ਦੇ ਨਾਲ। ਗੁਰੂ ਕੀ ਬਾਣੀ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦਾ ਵੀ ਜ਼ਿਕਰ ਆਇਆ ਹੈ, ਗੁਰੂ ਦੀ ਕਿਰਪਾ ਦਾ ਵੀ ਜ਼ਿਕਰ ਆਇਆ ਹੈ, ਤੇ ਸੰਤਾਂ ਦੀ ਕਿਰਪਾ ਦਾ ਵੀ ਜ਼ਿਕਰ ਆਇਆ ਹੈ। ਮਹਾਰਾਜ ਸਾਹਿਬ ਜੀ ਨੇ ਜਿੱਥੇ ਗੁਰਬਾਣੀ ਵਿੱਚ ਆਖਿਆ ਪਰਮੇਸ਼ਰ ਤੋਂ ਸਦਕੇ ਜਾਵਾਂ, ਗੁਰੂ ਤੋਂ ਸਦਕੇ ਜਾਵਾਂ, ਉੱਥੇ ਗਰੀਬ ਨਵਾਜ ਸਾਹਿਬ ਜੀ ਨੇ ਇਹ ਵੀ ਆਖਿਆ ਹੈ ਵੀ ਗੁਰਸਿੱਖਾਂ ਤੋਂ ਵੀ ਸਦਕੇ ਜਾਈਏ। ਗੁਰਸਿੱਖਾਂ ਤੋਂ, ਜਿਵੇਂ ਮਹਾਰਾਜ ਕਹਿੰਦੇ ਨਾ, ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀਗਤ ਪਾਹੇ। ਅਸੀਂ ਪਾਪੀ ਵੀ ਕਲਿਆਣ ਪ੍ਰਾਪਤ ਕਰ ਲਈਏ। ਹੇ ਗੁਰੂ ਸਾਹਿਬ ਆਪਣੇ ਸਿੱਖਾਂ ਦੀ ਚਰਨ ਧੂੜੀ ਦੇ ਦਿਓ। ਜਿੱਥੇ ਗੁਰੂ ਕੇ ਚਰਨਾਂ ਦੀ ਧੂੜੀ ਮੰਗੀ ਹੈ ਉੱਥੇ ਆਖਿਆ ਮਹਾਰਾਜ ਤੇਰੇ ਜਪਣ ਵਾਲੇ ਉਹਨਾਂ ਦੀ ਵੀ ਧੂੜੀ ਮਿਲ ਜਾਵੇ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਾਰ ਸੰਤਨ ਕੀ ਧੂਰੇ। ਜਪਣ ਵਾਲਿਆਂ ਦੀ ਬੇਅੰਤੀ ਮਹਿਮਾ ਕੀਤੀ ਹੈ ਗੁਰਬਾਣੀ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਖਿਆ, ਮਹਾਰਾਜ ਕਹਿੰਦੇ ਜਿਹੜੇ ਜਪਦੇ ਆ ਉਹਨਾਂ ਤੋਂ ਤਾਂ ਮੈਂ ਕੁਰਬਾਨ ਜਾਂਦਾ। ਹਉ ਕੁਰਬਾਨ ਜਾਓ ਮੇਹਰਵਾਨਾ, ਹਉ ਕੁਰਬਾਨ ਜਾਓ। ਹਉ ਕੁਰਬਾਨ ਜਾਓ ਮੇਹਰਵਾਨਾ, ਹਉ ਕੁਰਬਾਨ ਜਾਓ। ਹਉ ਕੁਰਬਾਨ ਜਾਓ ਤਿਨਾ ਕੈ, ਲੈਨ ਜੋ ਤੇਰਾ ਨਾਉ। ਹਉ ਕੁਰਬਾਨ ਜਾਓ ਤਿਨਾ ਕੀ, ਲੈਨ ਜੋ ਤੇਰਾ ਨਾਮ। ਲੈਨ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੈ ਜਾਓ। हे ਪ੍ਰਭੂ ਜਿਹੜੇ ਤੇਰਾ ਨਾਮ ਲੈਂਦੇ ਆ ਉਹਨਾਂ ਤੋਂ ਮੈਂ ਸਦਾ ਹੀ ਕੁਰਬਾਨ ਜਾਵਾਂ। ਤੇ ਉਹਨਾਂ ਦੇ ਰਾਹੀਂ ਵੀ ਕਿਰਪਾ ਵਰਤਦੀ ਹੈ। ਫਿਰ ਨਾਮ ਲੈਣ ਵਾਲਿਆਂ ਦੇ ਰਾਹੀਂ ਵੀ ਗੁਰੂ ਦੀ ਕਿਰਪਾ ਵਰਤਦੀ ਹੈ। ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਦੀ ਕਿਰਪਾ ਵਰਤਦੀ ਹੈ। ਗੁਰੂ ਕੇ ਸਿੱਖਾਂ ਦੇ ਰਾਹੀਂ ਵੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਸੰਤ ਪ੍ਰਸਾਦ ਜਪਿਆ ਵਿਨਾਸੀ। ਜਿਨ੍ਹਾਂ ਨੇ ਸੰਤਾਂ ਦੀ ਕਿਰਪਾ ਦੇ ਨਾਲ, ਸੰਤਾਂ ਦੀ ਸੰਗਤ ਕਰਕੇ, ਜਪਣ ਵਾਲਿਆਂ ਦੀ ਸੰਗਤ ਕਰਕੇ ਅਬਿਨਾਸੀ ਪਰਮੇਸ਼ਰ ਨੂੰ ਜਪਿਆ ਹੈ, ਉਹਨਾਂ ਦੇ ਅੰਦਰੋਂ ਭਾਈ ਤ੍ਰਿਸ਼ਨਾ ਦੀ ਭੁੱਖ ਨਾਸ ਹੋ ਗਈ ਹੈ। ਜਿਨ੍ਹਾਂ ਨੇ ਰਾਤ ਦਿਨੇ ਪ੍ਰਭੂ ਦੀ ਸੇਵਾ ਕਮਾਈ ਹੈ, ਸੇਵਾ ਕੀਤੀ ਹੈ। ਹਰ ਮਿਲਣਾ ਕੀ ਇਹ ਨਿਸ਼ਾਨੀ, ਪਰਮੇਸ਼ਰ ਨਾਲ ਮਿਲਣ ਦੀ ਇਹ ਨਿਸ਼ਾਨੀ ਹੈ ਭਾਈ, ਇਹ ਚਿਹਨ ਹੈ। ਹਰ ਮਿਲਣਾ ਕੀ ਇਹ ਨਿਸ਼ਾਨੀ, ਇਹ ਨਿਸ਼ਾਨੀ ਆ ਹਰੀ ਦੇ ਨਾਲ ਮਿਲਣ ਦੀ। ਜਿਹੜਾ ਜੀਵ ਰਾਤ ਦਿਨੇ ਪ੍ਰਭੂ ਦੀ ਸੇਵਾ ਭਗਤੀ ਕਰਦਾ ਹੈ। ਮਿਟੇ ਜੰਜਾਲ ਹੋਈ ਪ੍ਰਭ ਦਇਆਲ। ਜਿਸ ਜੀਵ ਦੇ ਉੱਤੇ ਪ੍ਰਭੂ ਜੀ ਦਿਆਲੂ ਹੁੰਦੇ ਆ,
ਉਹਦੀ ਸੇਵਾ ਭਗਤੀ ਵੇਖ ਕਰਕੇ ਜਿਸ ਉੱਤੇ ਆਪਣੀ ਦਇਆ ਕਰਦੇ ਆ ਪ੍ਰਭ ਦਇਆਲ, ਉਸ ਜੀਵ ਦੇ ਸਾਰੇ ਜੰਜਾਲ ਮਿਟ ਜਾਂਦੇ। ਮਾਇਆ ਦੇ ਬੰਧਨ ਜਿਹੜੇ ਪਏ ਹੋਏ ਹਨ ਉਹਦੇ ਟੁੱਟ ਜਾਂਦੇ ਹਨ। ਹੰਗਤਾ ਮਮਤਾ ਦੇ ਬੰਧਨ ਟੁੱਟ ਜਾਂਦੇ ਹਨ, ਜੰਜਾਲ ਮਿਟ ਜਾਂਦੇ। ਜੰਜਾਲ ਕੀ ਹੈ ਕਿ ਪਦਾਰਥ ਦੇ ਵਿੱਚ ਖੋਭੀ ਜਾਣਾ, ਪਰਮਾਤਮਾ ਚੇਤੇ ਹੀ ਨਾ ਆਉਣਾ, ਉਹ ਜੰਜਾਲ ਹੈ। ਪਰਿਵਾਰ ਦੇ ਵਿੱਚ ਇੰਨਾ ਖਚਿਤ ਹੋ ਜਾਣਾ ਕਿ ਨਿਰੰਕਾਰ ਦਾ ਕਦੀ ਚੇਤਾ ਹੀ ਨਾ ਆਉਣਾ, ਉਹ ਜੰਜਾਲ ਹੈ। ਤੇ ਜਿਸ ਉੱਤੇ ਪ੍ਰਭੂ ਜੀ ਦਿਆਲੂ ਹੁੰਦੇ ਆ ਉਹ ਪਦਾਰਥ ਵਿੱਚ ਵੀ ਰਹਿੰਦਾ ਹੈ, ਪਰਿਵਾਰ ਵਿੱਚ ਵੀ ਰਹਿੰਦਾ ਹੈ ਤੇ ਨਿਰੰਕਾਰ ਦਾ ਵੀ ਸਿਮਰਨ ਕਰਦਾ ਹੈ। ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਮਿੱਤਰ ਹੋਏ ਹਨ ਸਾਧ ਸੰਗਤ ਜੀ। ਇੱਕ ਦਿਨ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਸਾਹਿਬ ਜੀ ਨੂੰ ਮਿਲਣ ਵਾਸਤੇ ਗਏ ਤੇ ਅਗਲੇ ਪਾਸੇ ਦਰੀਆਂ ਬਣਾ ਰਹੇ ਆ, ਦਰੀਆਂ ਰੰਗ ਰਹੇ ਆ ਭਗਤ ਨਾਮਦੇਵ ਜੀ। ਉਹ ਕੱਪੜਿਆਂ ਦਾ ਕੰਮ ਹੀ ਕਰਿਆ ਕਰਦੇ ਸੀ ਨਾ ਭਗਤ ਨਾਮਦੇਵ ਜੀ। ਤੇ ਭਗਤ ਤ੍ਰਿਲੋਚਨ ਨੇ ਵੇਖ ਕੇ ਆਖਿਆ ਵੀ ਨਾਮਿਆ, ਭਗਤ ਨਾਮਦੇਵ ਜੀ ਦਾ ਛੋਟਾ ਨਾਮ ਜਿਹੜਾ ਉਹ ਨਾਮਾ ਹੈ। ਹਰੇਕ ਇਨਸਾਨ ਦੇ ਦੋ ਨਾਂ ਹੁੰਦੇ ਨਾ, ਇੱਕ ਪੂਰਾ ਨਾਮ ਜਿਹੜਾ ਕਾਗਜ਼ਾਂ 'ਚ ਲਿਖਿਆ ਜਾਂਦਾ ਹੈ, ਜਿਹੜਾ ਬਾਹਰ ਚੱਲਦਾ ਹੈ, ਤੇ ਇੱਕ ਉਹ ਛੋਟਾ ਨਾਂ ਜਿਹੜਾ ਮਾਪਿਆਂ ਨੇ ਰੱਖਿਆ ਹੁੰਦਾ ਹੈ, ਜਿਹੜਾ ਘਰੇ ਬੁਲਾਇਆ ਜਾਂਦਾ ਹੈ। ਭਗਤ ਨਾਮਦੇਵ ਸਾਹਿਬ ਜੀ ਦੇ ਦੋਵੇਂ ਨਾਮ ਆਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਨਾਮਦੇਵ ਵੀ ਤੇ ਨਾਮਾ ਵੀ। ਛੋਟਾ ਨਾਂ ਨਾਮਾ ਸੀ ਤੇ ਉਹ ਮਿੱਤਰ ਨੇ ਛੋਟਾ ਨਾਂ ਲੈ ਕੇ ਬੁਲਾਇਆ। ਉਹਦੇ ਵਿੱਚ ਹੀ ਪਿਆਰ ਹੁੰਦਾ ਹੈ। ਜਦੋਂ ਮਾਂ ਛੋਟਾ ਨਾਂ ਲੈ ਕੇ ਬੁਲਾਉਂਦੀ ਹੈ ਪੁੱਤਰ ਨੂੰ, ਉਹ ਪਿਆਰ ਨਾਲ ਹੀ ਬੁਲਾਉਂਦੀ ਹੈ। ਪਿਤਾ ਛੋਟਾ ਨਾਂ ਲੈ ਕੇ ਹੀ ਬੁਲਾਉਂਦਾ ਹੈ। ਉਂਝ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ ਰਹਿਤਨਾਮਿਆਂ 'ਚ ਆਉਂਦਾ ਵੀ ਸਿੰਘ ਦਾ ਅੱਧਾ ਨਾਮ ਨਹੀਂ ਲੈਣਾ ਚਾਹੀਦਾ, ਪੂਰਾ ਨਾਮ ਹੀ ਲੈਣਾ ਚਾਹੀਦਾ ਹੈ। ਸਿੰਘ ਤੇ ਕੌਰ ਅੱਖਰ ਲਾ ਕੇ ਬੁਲਾਉਣਾ ਚਾਹੀਦਾ। ਪਰ ਇਹ ਜਿੱਥੇ ਪ੍ਰੇਮ ਪਿਆਰ ਦੀਆਂ ਗੱਲਾਂ ਹਨ, ਭਗਤ ਤ੍ਰਿਲੋਚਨ ਨੇ ਆਖਿਆ ਭਗਤ ਨਾਮਦੇਵ ਜੀ ਨੂੰ ਵੀ ਮਿੱਤਰਾ, ਤੂੰ ਤੇ ਜੰਜਾਲ ਵਿੱਚ ਫਸ ਗਿਆ ਬਈ, ਤੂੰ ਤੇ ਮਾਇਆ ਦੇ ਮੋਹ ਦੇ ਵਿੱਚ ਫਸ ਗਿਆ। ਭਗਤ ਨਾਮਦੇਵ ਸਾਹਿਬ ਨੇ ਆਖਿਆ ਵੀ ਤੈਨੂੰ ਕਿਵੇਂ ਪਤਾ ਵੀ ਮੈਂ ਮਾਇਆ 'ਚ ਫਸ ਗਿਆ? ਕੀ ਵੇਖ ਕੇ ਆਖਿਆ? ਕਹਿੰਦੇ ਵੀ ਆ ਤੇਰੀ ਕਿਰਿਆ ਵੇਖ ਕੇ ਆਖਿਆ ਵੀ ਤੂੰ ਆ ਵੇਖ ਕੱਪੜਿਆਂ ਦੇ ਰੰਗਣ ਦੇ ਵਿੱਚ ਹੀ ਲੱਗਾ ਹੋਇਆ ਹੈ, ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਸ਼ੀਪਹੁ ਛਾਏ ਲੈ ਰਾਮ ਨਾ ਲਾਵਹੁ ਚੀਤ। ਤੇ ਮਿੱਤਰ ਨੇ ਉੱਤਰ ਦਿੱਤਾ ਸੀ, ਨਾਮਦੇਵ ਸਾਹਿਬ ਨੇ ਭਗਤ ਤ੍ਰਿਲੋਚਨ ਨੂੰ, ਆਪਣੇ ਮਿੱਤਰ ਨੂੰ ਆਖਿਆ ਮੇਰੇ ਹੱਥ ਪੈਰ ਕੰਮਾਂ ਕਾਰਾਂ ਵਿੱਚ ਲੱਗੇ ਹੋਏ ਆ, ਮੇਰਾ ਚਿੱਤ ਤੇ ਉਹਦੇ ਨਾਲ ਹੀ ਜੁੜਿਆ ਹੋਇਆ ਹੈ। ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੇਰਾ ਚਿੱਤ ਨਿਰੰਜਨ ਨਾਲ ਜੁੜਿਆ ਹੋਇਆ ਹੈ। ਜਿਸ ਉੱਤੇ ਪ੍ਰਭੂ ਦਇਆਲੂ ਹੁੰਦੇ ਆ ਉਹ ਧੰਦਾ ਵੀ ਕਰਦਾ ਹੈ, ਧਰਮ ਦੇ ਵਿੱਚ ਵੀ ਰਹਿੰਦਾ ਹੈ, ਉਹ ਪਰਿਵਾਰ ਵਿੱਚ ਵੀ ਰਹਿੰਦਾ ਹੈ, ਨਿਰੰਕਾਰ ਨਾਲ ਵੀ ਜੁੜਿਆ ਰਹਿੰਦਾ ਹੈ। ਉਹਦੇ ਇਸ ਤਰ੍ਹਾਂ ਜੰਜਾਲ ਮਿਟ ਜਾਂਦੇ ਹਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰੂ ਸਾਹਿਬ ਜੀ ਦਾ ਦਰਸ਼ਨ ਵੇਖ ਕਰਕੇ ਗੁਰੂ ਕੇ ਪਿਆਰੇ ਸਿੱਖ ਸੇਵਕ ਨਿਹਾਲ ਹੋ ਜਾਂਦੇ, ਦੁੱਖਾਂ ਤੋਂ ਰਹਿਤ ਹੋ ਜਾਂਦੇ, ਚੜ੍ਹਦੀ ਕਲਾ ਵਿੱਚ ਹੋ ਜਾਂਦੇ ਹਨ। ਪਰਾ ਪੂਰਬਲਾ ਕਰਮ ਬਣ ਆਇਆ, ਜੀਵ ਦਾ ਪਰਾ ਪੂਰਬਲਾ ਬਹੁਤਾ ਹੀ ਪੁਰਾਣਾ ਪਿਛਲੇ ਜਨਮਾਂ ਦਾ ਜਿਹੜਾ ਕਰਮ ਹੈ, ਭਾਗ ਹੈ, ਉਹ ਬਣ ਆਇਆ ਹੈ, ਭਾਵ ਉਹ ਪ੍ਰਗਟ ਹੋ ਗਿਆ ਹੈ। ਹਰਿ ਕੇ ਗੁਣ ਨਿਤ ਰਸਨਾ ਗਾਇਆ, ਜਿਸ ਦਾ ਪੂਰਬਲਾ ਬਹੁਤਾ ਹੀ ਪੁਰਾਣਾ ਜਿਹੜਾ ਭਾਗ ਜਾਗਿਆ ਹੈ ਨਾ, ਕੋਈ ਚੰਗੇ ਭਾਗ ਜਾਗ ਪਏ, ਉਸ ਨੇ ਫਿਰ ਹਰੀ ਦੇ ਗੁਣਾਂ ਨੂੰ ਨਿੱਤਾ ਪ੍ਰਤੀ ਰਸਨਾ ਦੇ ਨਾਲ ਗਾਉਣਾ ਕੀਤਾ ਹੈ। ਹਰ ਰੋਜ਼ ਰਸਨਾ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ। ਹਰਿ ਕੇ ਸੰਤ ਸਦਾ ਪਰਵਾਣ, ਹਰੀ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਹਰੀ ਦੇ ਸੰਤ
ਉਹ ਸਦਾ ਵਾਸਤੇ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਪ੍ਰਮਾਣ ਨੀਕ ਹਨ। ਸੰਤ ਜਨਾ ਮਸਤਕ ਨਿਸ਼ਾਨ, ਉਹਨਾਂ ਸੰਤ ਜਨਾਂ ਦੇ ਮਸਤਕ ਦੇ ਉੱਤੇ ਪ੍ਰਵਾਨਗੀ ਦਾ ਚਿੰਨ੍ਹ ਲੱਗ ਜਾਂਦਾ ਹੈ, ਚਿੰਨ੍ਹ ਲੱਗ ਜਾਂਦਾ ਹੈ, ਮਸਤਕ ਦੇ ਉੱਤੇ ਨਿਸ਼ਾਨ ਲੱਗ ਜਾਂਦਾ ਹੈ। ਸੋ ਉਹ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਪ੍ਰਵਾਨ ਹੋਏ ਹਨ। ਦਾਸ ਕੀ ਰੇਣ ਪਾਈ ਜੀ ਕੋਈ, ਇਹ ਭਾਈ ਜਿਹੜਾ ਐਸਾ ਪ੍ਰਭੂ ਦਾ ਦਾਸ ਬਣਿਆ ਹੈ ਨਾ, ਭਗਤੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਸੇਵਾ ਕਰਨ ਵਾਲਾ, ਉਸ ਦਾਸ ਦੀ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਕੋਈ ਚਰਨ ਧੂੜੀ ਪ੍ਰਾਪਤ ਕਰ ਲਵੇ। ਗੁਰੂ ਕੇ ਚਰਨਾਂ ਦੀ ਧੂੜੀ ਤੇ ਮਹਾਨ ਹੈ ਹੀ, ਜਿਹੜੇ ਗੁਰੂ ਕੇ ਦਾਸਾਂ ਦੀ ਵੀ ਚਰਨ ਧੂੜੀ ਜੇ ਕੋਈ ਪਾ ਲਵੇ। ਨਾਨਕ ਤਿਸ ਕੀ ਪਰਮਗਤ ਹੋਈ। ਪੰਚਮ ਪਾਤਸ਼ਾਹ ਸ਼ਬਦ ਦੀ ਸਮਾਪਤੀ ਕਰਦਿਆਂ ਕਹਿੰਦੇ ਹਨ, ਚਰਨ ਧੂੜੀ ਪ੍ਰਾਪਤ ਕਰਨ ਵਾਲੇ ਦੀ ਪਰਮ ਗਤੀ ਹੋ ਜਾਂਦੀ ਹੈ, ਪਰਮ ਵੱਡੀ ਕਲਿਆਣ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ, ਮੁਕਤੀ ਹੋ ਜਾਂਦੀ ਹੈ ਉਸ ਦੀ, ਉਹਦੇ ਬੰਧਨ ਕੱਟੇ ਜਾਂਦੇ ਹਨ। ਇਸ ਕਰਕੇ ਗਰੀਬ ਨਵਾਜ ਕਹਿੰਦੇ ਭਾਈ ਉਹਨਾਂ ਗੁਰੂ ਪਿਆਰਿਆਂ ਦੀ ਚਰਨ ਧੂੜੀ ਹੀ ਮਿਲ ਜਾਵੇ ਤੇ ਸੰਸਾਰ ਭੌਜਲ ਤੋਂ ਉਧਰ ਜਾਈਦਾ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਸ ਪ੍ਰਭੂ ਪਿਆਰੇ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਤਾਂ ਮਹਾਰਾਜ ਕਹਿੰਦੇ ਉਧਾਰ ਹੋ ਜਾਂਦਾ ਹੈ। ਉਹਦੀ ਧੂੜ ਵਿੱਚ ਹੀ, ਚਰਨ ਧੂੜ ਵਿੱਚ ਹੀ ਇੰਨੀ ਬਰਕਤ ਹੈ। ਜਿਹੜਾ ਬੰਦਗੀ ਕਰਦਾ ਹੈ, ਜਿਹੜਾ ਨਾਮ ਜਪਦਾ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਆਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।